श्री वाहिगुरु साहिब जी। बिलावल महला पंजवा। पाग सुलखना हर कांत हमारा राम। अनहद बाजित्रा तिस धुन दरबारा राम। आनंद अन दिन वजह बाजे। दिनस रहने उमाहा तह रोग सोग ना दुख व्यापै। जन्म मरण ना ताहा भाग सुलखना हर कंत हमारा राम। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां बादशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा सत संगत जीओ। आओ बड़े प्यार यार सत्कार दे नाल ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਦੇ ਵਿੱਚ ਸ਼ੰਤ ਸ਼ਬਦ ਉਚਾਰਨ ਕਰ ਰਹੇ ਹਨ। ਭਾਗ ਸੁਲਖਣਾ। ਇਹ ਭਾਈ ਸਾਡਾ ਜੋ ਭਾਗ ਲੇਖ ਹੈ ਕਰਮ ਹੈ ਇਹ ਸ੍ਰੇਸ਼ਟ ਲਛਣਾਂ ਵਾਲਾ ਭਾਵ ਚੰਗਾ ਹੈ। ਹਰ ਕੰਤ ਹਮਾਰਾ ਰਾਮ। ਜਿਸ ਕਰਕੇ ਪਰਮਾਤਮਾ ਸਾਡਾ ਪਤੀ ਹੋਇਆ ਹੈ। ਇਸੇ ਪ੍ਰਕਾਰ ਭਾਗ ਸੁਲਖਣਾ ਜੋ ਸਾਡਾ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ ਸ੍ਰੇਸ਼ਟ ਭਾਗ ਸੀ ਜਿਸ ਕਰਕੇ ਸਾਨੂੰ ਤਮਾਮ ਜੀਵ ਇਸਤਰੀਆਂ ਨੂੰ ਹਰ ਕੰਤ ਹਮਾਰਾ ਰਾਮ। ਜੋ ਸਭ ਜੀਵ ਰੂਪ ਇਸਤਰੀਆਂ ਦਾ ਪਤੀ ਪ੍ਰਭੂ ਪ੍ਰਾਪਤ ਹੋਇਆ ਹੈ। ਜਾਂ ਸਾਨੂੰ ਜਦੋਂ ਪ੍ਰਭੂ ਪਤੀ ਪ੍ਰਾਪਤ ਹੋਇਆ ਤਦੋਂ ਸਾਡਾ ਭਾਗ ਸ੍ਰੇਸ਼ਟ ਹੋ ਗਿਆ। ਅਨਹਦ ਬਾਜਿਤਰਾ। ਇਹ ਭਾਈ ਹੱਦ ਤੋਂ ਰਹਿਤ ਇੱਕ ਰਸ ਵਾਹਿਗੁਰੂ ਵਾਹਿਗੁਰੂ ਜਾਂ ਸਤ ਸੰਤੋਖ ਗੁਰੂ ਬਾਜੀਆਂ ਦੀ ਜਿਹੜੀ ਧੁਨੀ ਹੈ। ਇਸ ਧੁਨ ਦਰਬਾਰਾ ਰਾਮ। ਇਸ ਦਰਬਾਰ ਦੇ ਵਿੱਚ ਉਹ ਪ੍ਰਭੂ ਦਾ ਜੋ ਸਤਸੰਗਤ ਰੂਪ ਦਰਬਾਰ ਹੈ ਉਹਦੇ ਵਿੱਚ ਵਾਹਿਗੁਰੂ 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 ਨਾਮ ਦੀ ਧੁਨੀ ਹੋ ਰਹੀ ਹੈ। ਆਨੰਦ ਅਨ ਦਿਨ ਵਜਹਿ ਬਾਜੀ। ਜਾਂ ਸੱਚਖੰਡ ਰੂਪੀ ਦਰਬਾਰ ਦੇ ਵਿੱਚ ਸੰਗਤ ਰੂਪੀ ਦਰਬਾਰ ਦੇ ਵਿੱਚ ਪ੍ਰਤੱਖ ਬਾਜੀਆਂ ਦੀ ਧੁਨੀ ਹੋ ਰਹੀ ਹੈ। ਆਨੰਦ ਸਰੂਪ ਦੇ ਰਾਤ ਦਿਨ ਜਸ ਰੂ ਬਾਜੇ ਵੱਜ ਰਹੇ ਹਨ। ਦਿਨ ਸਰੈਣ ਉਮਾਹਾ। ਜਿਸ ਕਰਕੇ ਦਿਨ ਰਾਤ ਉਤਸ਼ਾਹ ਬਣਿਆ ਰਹਿੰਦਾ ਹੈ। ਤਹਿ ਰੋਗ ਸੋਗ ਨਾ ਦੁਖ ਵਿਆਪੈ। ਉਥੇ ਪ੍ਰਭੂ ਦੇ ਦਰਬਾਰ ਦੇ ਵਿੱਚ ਪ੍ਰਤੱਖ ਰੋਗ
ਜਾਂ ਹੰਕਾਰ ਰੂਪ ਰੋਗ ਤੇ ਵਿਛੋੜੇ ਦਾ ਸੋ ਗਮ ਅਤੇ ਵਿਕਾਰਾਂ ਦੇ ਦੁੱਖ ਨਹੀਂ ਵਿਆਪਦੇ। ਜਨਮ ਮਰਨ ਦਾਤਾ ਅਤੇ ਜੰਮਣ ਮਰਨ ਵੀ ਉਥੇ ਨਹੀਂ ਵਿਆਪਦਾ ਲੱਗਦਾ। ਰਿੱਧ ਸਿੱਧ ਸੁਦਾਰਾ ਸਮਰਤ ਉਥੇ ਰਿੱਧ ਅੰਨ ਦੀ ਅਤੋਟਤਾ ਰੂਪ ਸ਼ਕਤੀ, ਸਿੱਧ ਅਲੌਕਿਕ ਸ਼ਕਤੀਆਂ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਰੂਪ ਨਾਮ ਰਸ ਹੈ ਜਾਂ ਸ਼ੁੱਧ ਸਰੂਪ ਪ੍ਰਭੂ ਦਾ ਨਾਮ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਹੈ। ਭਗਤ ਭਰੇ ਭੰਡਾਰਾ ਅਤੇ ਭਗਤੀ ਦੇ ਖਜ਼ਾਨੇ ਭਰੇ ਹੋਏ ਹਨ ਜਾਂ ਉੱਥੇ ਵਸਣ ਵਾਲਿਆਂ ਦੇ ਅੰਤਿਕ ਨੂੰ ਭੰਡਾਰੇ ਪ੍ਰੇਮਾ ਭਗਤੀ ਨਾਲ ਭਰੇ ਪਏ ਹਨ। ਬਿਨਵੰਤ ਨਾਨਕ ਬਲਿਹਾਰ ਵੰਜਾ। ਬੇਨਤੀ ਪੂਰਵਕ ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਮੈਂ ਉਸ ਪਰਮਾਤਮਾ ਤੋਂ ਕੁਰਬਾਨ ਜਾਂਦਾ ਹਾਂ ਪਾਰ ਬ੍ਰਹਮ ਪ੍ਰਾਨ ਆਧਾਰਾ। ਜੋ ਪਾਪਾਂ ਦੇ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਅਤੇ ਇਹ ਸਭ ਦੇ ਪ੍ਰਾਣ ਸਵਾਸਾਂ ਦਾ ਜ਼ਿੰਦਗੀ ਦਾ ਆਸਰਾ ਰੂਪ ਹੈ। ਸੁਣ ਸਖੀ ਸਹੇਲੜੀ ਹੋ। ਇਹ ਸ਼ਰਧਾ ਵਾਲੀਓ ਸਖੀਓ ਤੇ ਭਗਤੀ ਵਾਲੀ ਸਹੇਲੀਓ ਸੁਣਨਾ ਕਰੋ ਹੇ ਜਗਿਆਸੂ ਮਿੱਤਰੋ। ਮਿਲ ਮੰਗਲ ਗਾਵਹਿ ਰਾਮ। ਅਸੀਂ ਮਿਲ ਕਰਕੇ ਪ੍ਰਭੂ ਦੇ ਖੁਸ਼ੀ ਦੇ ਗੀਤਾਂ ਨੂੰ ਜਾਂ ਜਸ ਨੂੰ ਗਾਉਣਾ ਕਰੀਏ। ਮਿਲ ਕਰਕੇ ਆਓ ਆਨੰਦ ਦੇ ਖੁਸ਼ੀ ਦੇ ਜੋ ਬਾਣੀ ਦੇ ਗੀਤ ਹਨ ਉਹਨਾਂ ਨੂੰ ਗਾਈਏ। ਮਨ ਤਨ ਪ੍ਰੇਮ ਕਰੇ। ਆਪਣੇ ਮਨ ਹਿਰਦੇ ਵਿੱਚ ਅਤੇ ਤਨ ਸਰੀਰ ਵਿੱਚ ਪ੍ਰੇਮ ਧਾਰਨ ਕਰਕੇ ਤਿਸ ਪ੍ਰਭ ਕਉ ਰਾਵਹਿ ਰਾਮ। ਤਿਸ ਰਮੇ ਹੋਏ ਪ੍ਰਮਾਤਮਾ ਪਤੀ ਦੇ ਆਨੰਦ ਨੂੰ ਮੰਨਣਾ ਕਰੀਏ। ਹਰ ਪ੍ਰੇਮ ਰਾਵਹਿ ਤਿਸੈ ਭਾਵਹਿ। ਪ੍ਰੇਮ ਧਾਰਨ ਕਰਕੇ ਉਸ ਦੇ ਆਨੰਦ ਨੂੰ ਮੰਨਣਾ ਕਰੀਏ ਤਾਂ ਤਿਸ ਪਰਮਾਤਮਾ ਨੂੰ ਭਾ ਜਾਵਾਂਗੀਆਂ। ਨਿਮਖ ਪਾਲਕ ਨਾ ਤਿਆਗੀਐ। ਇਸ ਲਈ ਇੱਕ ਅੱਖ ਦੇ ਝਮਕਣ ਤੇ ਪਲ ਮਾਤਰ ਵੀ ਹਰੀ ਨੂੰ ਛੱਡਣਾ ਨਾ ਕਰੀਏ। ਨਹਿ ਕੰਠ ਲਾਈਐ ਨਹਿ ਲੱਜਾਈਐ। ਇਹ ਸਖੀਓ ਉਸ ਪਰਮਾਤਮਾ ਨੂੰ ਪਕੜ ਕੇ ਗੱਲ ਨਾ ਲਾਉਣਾ ਕਰੀਏ। ਭਾਵ ਅਭੇਦ ਨਿਸ਼ਚਾ ਧਾਰਨ ਕਰੀਏ ਤੇ ਇਹਦੇ ਵਿੱਚ ਸ਼ਰਮ ਨਾ ਕਰੀਏ। ਤੇ ਗੁਰੂ ਮਹਾਰਾਜ ਫਰਮਾਉਂਦੇ ਨੇ ਚਰਨ ਰਾਜ ਮਨ ਪਾਗੀਐ। ਗੁਰੂ ਜਾਂ ਹਰੀ ਦੇ ਚਰਨ ਦੀ ਧੂੜੀ ਨਾਲ ਆਪਣੇ ਮਨ ਚਿੱਤ ਨੂੰ ਪਾਗੀਏ ਰੰਗਣਾ ਕਰੀਏ। ਭਗਤ ਠਗਾਵਰੀ ਪਾਏ ਮੋਹ। ਭਗਤੀ ਰੂਪੀ ਠੱਗ ਬੂਟੀ ਪਾ ਕੇ, ਜਿਵੇਂ ਠੱਗ ਚਾਹ ਦੇ ਵਿੱਚ ਕੋਈ ਪੁੜੀ ਜੀ ਪਾ ਕੇ ਬੰਦੇ ਨੂੰ ਬੇਹੋਸ਼ ਕਰਕੇ ਲੁੱਟ ਲੈਂਦੇ ਨੇ ਜਾਂ ਰੁਮਾਲ ਨੱਕ ਨੂੰ ਸੰਘਾ ਕੇ ਲੁੱਟ ਲੈਂਦੇ ਨੇ। ਇਹ ਠੱਗ ਬੂਟੀ ਹੁੰਦੀ ਹੈ, ਠੱਗੀ ਮਾਰਨ ਵਾਲੀ ਬੂਟੀ ਸੰਘਾ ਦੇਣੀ। ਸੋ ਜਿਹੜੀ ਭਗਤੀ ਹੈ ਇਹ ਠੱਗ ਬੂਟੀ ਹੈ ਜੋ ਪ੍ਰਭੂ ਦੇ ਨਾਲ ਲਗਾਵ ਕਰਦੀ ਹੈ। ਭਗਤੀ ਰੂਪ ਠੱਗ ਬੂਟੀ ਪਾ ਕੇ ਪ੍ਰਭੂ ਪਤੀ ਨੂੰ ਮੋਹਿਤ ਕਰ ਲਈਏ। ਆਨੰਦ ਕਤਹੂ ਨਾ ਪਾਵਹਿ। ਧਾਵੈ ਹੈ ਜਿਸ ਕਰਕੇ ਉਹ ਫਿਰ ਹੋਰ ਕਿਧਰੇ ਵੀ ਦੌੜ ਕੇ ਜਾਣਾ ਨਹੀਂ ਕਰੇਗਾ ਜਾਂ ਆਪਾਂ ਹੋਰ ਪਾਸੇ ਭਟਕਦੀਆਂ ਨਾ ਰਹੀਏ। ਬਿਨਵੰਤ ਨਾਨਕ ਮਿਲ ਸੰਗ ਸਾਜਨ। ਸਤਿਗੁਰੂ ਮਹਾਰਾਜ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਸੰਤਾਂ ਮਹਾਤਮਾ ਰੂਪ ਮਿੱਤਰਾਂ ਦੇ ਨਾਲ ਮਿਲ ਕੇ ਅਮਰ ਪਦਵੀ ਪਾਵਹਿ। ਮੌਤ ਤੋਂ ਰਹਿਤ ਪਦਵੀ ਪਾਉਣਾ ਕਰੀਏ। ਬਿਸਮਨ ਬਿਸਮ ਪਾਈ। ਸੋ ਪਾਤਸ਼ਾਹ ਜੀ ਫਰਮਾਉਂਦੇ ਹਨ ਹਰੇ ਪੇਖ ਗੁਣ ਅਬਿਨਾਸੀ ਰਾਮ। ਨਾਸ਼ ਤੋਂ ਰਹਿਤ ਪ੍ਰਭੂ ਦੇ ਗੁਣ ਉਪਕਾਰ ਵੇਖ ਕਰਕੇ ਮੈਂ ਅਚਰਜ ਤੋਂ ਅਚਰਜ ਰੂਪ ਹੋ ਗਈ ਹਾਂ। ਕਾਰਗ ਹੈ ਭੁਜਾ ਗਹੀ। ਪਰਮਾਤਮਾ ਨੇ ਸਾਡਾ ਮਨ ਰੂਪ ਹੱਥ ਪਕੜ ਕੇ
ਤੇ ਬੁੱਧ ਬਿਰਤੀ ਰੂਪ ਬਾਂਹ ਪਕੜ ਲਈ ਹੈ। ਪਾ ਬ੍ਰਹਮਾ ਕਰ ਬਿਰਤੀ ਕਰ ਦਿੱਤੀ ਹੈ। ਕਟ ਜਮ ਕੀ ਫਾਸੀ RAM ਅਤੇ ਜਮਾਂ ਦੀ ਫਾਹੀ ਕੱਟ ਦਿੱਤੀ ਹੈ। ਵਹਿ ਪੂਜਾ ਲੀਨੀ ਦਾਸ ਕੀਨੀ ਪਰਮਾਤਮਾ ਨੇ ਸਾਡੀ ਬੁੱਧ ਜਾਂ ਬਿਰਤੀ ਰੂਪ ਬਾਂਹ ਪਕੜ ਲੈਣਾ ਕੀਤੀ ਹੈ ਤੇ ਦਾਸ ਕੀਨੇ ਆਪਣੀ ਦਾਸੀ ਬਣਾਉਣਾ ਕੀਤੀ ਹੈ। ਅੰਕੁਰ ਉਦੋਤ ਜਣਾਇਆ ਹਰ ਪੂਰਬਲੇ ਕਰਮਾਂ ਨੂੰ ਬੀਜ ਦਾ ਉਹਦੇ ਹੋਣਾ ਜਣਾਉਣਾ ਕੀਤਾ ਹੈ। ਮਲਨ ਮੋਹ ਬੇਕਾਰ ਨਾਠੇ ਮਲੀਨ ਅਵਿਦਿਆ ਮੋਹ ਆਦਿਕ ਵਿਕਾਰ ਨੱਠ ਗਏ ਹਨ। ਦਿਵਸ ਨਿਰਮਲ ਆਇਆ ਅਰ ਗਿਆਨ ਰੂਪੀ ਉਜਲ ਦਿਨ ਚੜ ਆਇਆ ਹੈ। ਦ੍ਰਿਸ਼ਟ ਧਾਰੀ ਮਨ ਪਿਆਰੀ ਪਰਮਾਤਮਾ ਨੇ ਸਾਡੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਧਾਰਨਾ ਕੀਤੀ ਹੈ ਔਰ ਸਾਡੇ ਮਨ ਵਿੱਚ ਪ੍ਰਭੂ ਦੀ ਪ੍ਰੀਤੀ ਭਗਤੀ ਪਿਆਰੀ ਲੱਗੀ ਹੈ। ਜਾਂ ਸਾਡੀ ਬਿਰਤੀ ਨੂੰ ਪਰਮਾਤਮਾ ਨੇ ਆਪਣੀ ਪਿਆਰੀ ਬਣਾ ਲਿਆ ਹੈ। ਮਹਾ ਦੁਰਮਤ ਨਾਸੀ ਜਿਸ ਕਰਕੇ ਵੱਡੀ ਖੋਟੀ ਮਤ ਨਾਸ਼ ਹੋ ਗਈ ਹੈ। ਬਿਨਵੰਤ ਨਾਨਕ ਭਈ ਨਿਰਮਲ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਇੰਜ ਸਾਡੇ ਚਿੱਤ ਦੀ ਬਿਰਤੀ ਉਜਲ ਹੋ ਗਈ ਹੈ ਪ੍ਰਭ ਮਿਲੇ ਅਬਿਨਾਸੀ ਅਤੇ ਨਾਸ਼ ਤੋਂ ਰਹਿਤ ਪ੍ਰਭੂ ਪ੍ਰਤੀ ਜੀ ਸਾਨੂੰ ਮਿਲ ਪਏ ਹਨ। ਸੂਰਜ ਕਿਰਨ ਮਿਲੇ ਇਹ ਭਾਈ ਜਿਵੇਂ ਜਦੋਂ ਸੂਰਜ ਦੀ ਬਰਫ਼ ਸੂਰਜ ਦੀ ਕਿਰਨ ਬਰਫ਼ ਦੇ ਡਲੇ ਨਾਲ ਆ ਕੇ ਮਿਲਦੀ ਹੈ ਜਲ ਕਾ ਜਲ ਹੁਆ RAM ਤਾਂ ਪਾਣੀ ਤੋਂ ਜੰਮਿਆ ਬਰਫ਼ ਦਾ ਡਲਾ ਪਾਣੀ ਰੂਪੀ ਹੋ ਜਾਂਦਾ ਹੈ। ਇਸੇ ਪ੍ਰਕਾਰ ਸੂਰਜ ਕਿਰਨ ਮਿਲੇ ਜਦੋਂ ਗੁਰੂ ਰੂਪੀ ਸੂਰਜ ਦੀਆਂ ਉਪਦੇਸ਼ ਰੂਪ ਕਿਰਨਾਂ ਜੀਵ ਰੂਪ ਬਰਫ਼ ਦੇ ਡਲੇ ਨੂੰ ਮਿਲੀਆਂ ਜਲ ਕਾ ਜਲ ਹੁਆ RAM ਤਦੋਂ ਬ੍ਰਹਮ ਰੂਪੀ ਜਲ ਤੋਂ ਬਦਲ ਕੇ ਜੀਵ ਰੂਪ ਬਰਫ਼ ਦਾ ਡਲਾ ਬਣਿਆ ਹੋਇਆ ਪੁਨः ਬ੍ਰਹਮ ਰੂਪੀ ਜਲ ਦਾ ਰੂਪ ਹੀ ਹੋ ਗਿਆ। ਭਾਵ ਏਕਤਾ ਪ੍ਰਾਪਤ ਕਰ ਲਈ ਹੈ। ਕੁਦਰਤੀ ਬਰਫ਼ ਤਿੰਨ ਪ੍ਰਕਾਰ ਦੀ ਮੰਨੀ ਜਾਂਦੀ ਹੈ। ਇੱਕ ਤਾਂ ਇਹੋ ਜਿਹੀ ਬਰਫ਼ ਮੰਨੀ ਜਾਂਦੀ ਹੈ ਜੋ ਸਦੀਆਂ ਦੀ ਜੰਮੀ ਪਈ ਹੈ ਅਤੇ ਜੰਮ ਜੰਮ ਕੇ ਬਲੌਰ ਕੱਚ ਵਰਗੀ ਹੋਈ ਪਈ ਹੈ। ਜਿਨ੍ਹਾਂ ਇਲਾਕਿਆਂ 'ਚ ਬਰਫ਼ ਪੈਂਦੀ ਹੈ ਸੜਕ ਦੇ ਉੱਪਰ ਪੈ ਕੇ ਜੇ ਜੰਮ ਜਾਏ ਉਹਨੂੰ ਸਲਿੱਪਰੀ ਕਹਿੰਦੇ ਨੇ ਸਲਿੱਪਰੀ ਤੇ ਉਹ ਲੂਣ ਪਾ ਕੇ ਫਿਰ ਸੜਕਾਂ ਸਾਫ਼ ਕਰਦੇ ਨੇ। ਉਹ ਕੱਚ ਵਰਗੀ ਜਿਹੜੀ ਹੁੰਦੀ ਹੈ ਉਹ ਬਹੁਤ ਭੈੜੀ ਹੁੰਦੀ ਹੈ। ਨਾ ਉੱਤੇ ਤੁਰ ਸਕੀਏ ਨਾ ਗੱਡੀ ਚੱਲ ਸਕੇ। ਜੋ ਸੂਰਜ ਦੀਆਂ ਕਿਰਨਾਂ ਦੀ ਰੌਸ਼ਨੀ ਨਾਲ ਵੀ ਨਹੀਂ ਢਲਦੀ ਹੈ। ਇਹਨੂੰ ਢਾਲਣ ਲਈ ਬਹੁਤ ਸਾਰੀਆਂ ਲੱਕੜਾਂ ਦੀ ਅੱਗ ਮਚਾਈ ਜਾਵੇ ਤਾਂ ਉਹਦੇ ਸੇਕ ਨਾਲ ਇਹ ਬਰਫ਼ ਢਲਦੀ ਹੈ। ਦੂਜੀ ਬਰਫ਼ ਇਹੋ ਜਿਹੀ ਮੰਨੀ ਜਾਂਦੀ ਹੈ ਜੋ ਸਰਦੀ ਕਰਕੇ ਨਵੀਂ ਜੰਮਦੀ ਹੈ। ਉਹ ਸੂਰਜ ਦੀਆਂ ਕਿਰਨਾਂ ਦੀ ਗਰਮੈਸ਼ ਨਾਲ ਢਲ ਕੇ ਪਾਣੀ ਰੂਪ ਹੋ ਜਾਂਦੀ ਹੈ। ਅਤੇ ਤੀਸਰੀ ਬਰਫ਼ ਪਾਣੀ ਦੇ ਵਿਕਾਰ ਕਰਕੇ ਗੜੇ ਦਾ ਰੂਪ ਹੋ ਜਾਂਦੀ ਹੈ ਜੋ ਧਰਤੀ 'ਤੇ ਆਉਂਦਿਆਂ ਹੀ ਫਿਰ ਪਾਣੀ ਦਾ ਰੂਪ ਹੀ ਹੋ ਜਾਂਦੀ ਹੈ। ਇਹ ਸੀ ਦ੍ਰਿਸ਼ਟਾਂਤ। ਹੁਣ ਜਿਹੜਾ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਹੈ ਉਹਦਾ ਦਾ ਦ੍ਰਿਸ਼ਟਾਂਤ ਇਸੇ ਪ੍ਰਕਾਰ ਜਿਹੜੇ ਜੀਵ ਸਦੀਆਂ ਦੀ ਜੰਮੀ ਹੋਈ ਬਰਫ਼ ਵਾਂਗ ਕਠੋਰ ਚੇਤਾ ਹਨ ਜੇਕਰ ਉਹਨਾਂ ਨੂੰ ਵੈਰਾਗ ਰੂਪੀ ਲੱਕੜਾਂ ਰੱਖ ਕੇ ਬ੍ਰਹਮ ਅਭਿਆਸ ਰੂਪੀ ਤਾ ਦਿੱਤਾ ਜਾਵੇ ਤਾਂ ਉਹ ਢਲ ਕੇ ਬ੍ਰਹਮ ਦਾ ਰੂਪ ਹੀ ਹੋ ਜਾਂਦੇ ਨੇ। ਜਿਹੜੇ ਨਵੀਂ ਜੰਮੀ ਬਰਫ਼ ਵਾਂਗ ਅਵਿਦਿਆ ਦੇ ਪ੍ਰਤਾਪ ਕਰਕੇ ਆਪਣੇ ਆਪ ਨੂੰ ਜੀਵ ਮੰਨਣ ਲੱਗ ਜਾਂਦੇ ਭਾਵ ਦੇ ਅਧਿਆਸ ਕਾਰਨ ਜੜਤਾ ਬਿਰਤੀ ਹੋ ਜਾਂਦੀ ਹੈ। ਜਦ ਗੁਰੂ ਰੂਪੀ ਸੂਰਜ ਆਪਣੇ ਮੁਖੋਂ ਉਪਦੇਸ਼ ਰੂਪੀ ਕਿਰਨਾਂ ਦੁਆਰਾ ਗਿਆਨ ਦਾ ਪ੍ਰਕਾਸ਼ ਕਰਦਾ ਤਾਂ ਜੀਵ ਮੁੜ ਬ੍ਰਹਮ ਰੂਪ ਜਲ ਦਾ ਹੀ ਰੂਪ ਹੋ ਜਾਂਦੇ ਨੇ।
ਅਤੇ ਤੀਸਰੇ ਗੜੇ ਦੀ ਨਿਆਈ ਮਹਾਤਮਾ ਜਾਣੇ। ਜਦੋਂ ਬਾਰਿਸ਼ ਪੈਂਦੀ ਹੈ ਉਦੋਂ ਗੜੇ ਪੈਂਦੇ ਨੇ। ਉਹ ਮਹਾਤਮਾ ਨੇ ਜੋ ਪੂਰਬਲੇ ਪੁੰਨਾਂ ਦੇ ਪ੍ਰਤਾਪ ਕਰਕੇ ਕਿਸੇ ਸੰਤ ਭਗਤ ਦੇ ਘਰ ਜਨਮ ਲੈਂਦੇ ਨੇ, ਉਹ ਜਨਮ ਤੋਂ ਹੀ ਪ੍ਰੇਮਾ ਭਗਤੀ ਵਾਲੇ ਹੁੰਦੇ ਨੇ। ਉਹ ਭਗਤੀ ਕਰਕੇ ਮੁੜ ਉਸੇ ਪ੍ਰਮਾਤਮਾ ਰੂਪ ਜਲ ਦਾ ਹੀ ਰੂਪ ਹੋ ਜਾਂਦੇ ਹਨ। ਜੋਤੀ ਜੋਤ ਰਲੀ ਤਦੋਂ ਜੀਵ ਦੀ ਪ੍ਰਤੱਖ ਜੋਤ ਪ੍ਰਕਾਸ਼ ਰੂਪ ਪ੍ਰਭੂ ਦੇ ਵਿੱਚ ਮਿਲ ਗਈ, ਰਲ ਗਈ ਹੈ। ਸੰਪੂਰਨ ਥੀਆ ਰਾਮ ਅਤੇ ਪੂਰਨ ਵਿਆਪਕ ਪ੍ਰਮਾਤਮਾ ਪ੍ਰਾਪਤ ਹੋ ਗਿਆ ਹੈ। ਸ਼ਾ ਰਾਮ ਦੀ ਪ੍ਰਾਪਤੀ ਵਾਲਾ ਸਾਰਾ ਕਾਰਜ ਸੰਪੂਰਨ ਹੋ ਗਿਆ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ ਹੁਣ ਐਸੀ ਦ੍ਰਿਸ਼ਟੀ ਹੋਈ ਹੈ ਕਿ ਪ੍ਰਮਾਤਮਾ ਹੀ ਸਭ ਤਾਂ ਹੀ ਦਿਖ ਰਿਹਾ ਹੈ ਤੇ ਪ੍ਰਮਾਤਮਾ ਦਾ ਹੀ ਜਸ ਅਸੀਂ ਸੁਣਦੇ ਹਾਂ। ਏਕ ਏਕ ਵਖਾਣੀਐ ਅਤੇ ਇੱਕੋ ਇੱਕ ਪ੍ਰਮਾਤਮਾ ਦਾ ਹੀ ਕਥਨ ਕਰਦੇ ਹਾਂ, ਜਾਂ ਇੱਕੋ ਹੀ ਨਿਰਗੁਣ ਸਰੂਪ ਹੈ ਅਤੇ ਇੱਕੋ ਹੀ ਸਰਗੁਣ ਸਰੂਪ ਹੈ। ਇਉਂ ਬਾਣੀ ਕਰਕੇ ਕਥਨ ਕਰਦੇ ਹਾਂ। ਆਤਮ ਪਸਾਰਾ ਕਰਨ ਹਾਰਾ ਬ੍ਰਹਮ ਆਤਮਾ ਦਾ ਹੀ ਸਭ ਪਸਾਰਾ ਪਸਰਿਆ ਹੋਇਆ ਹੈ, ਅਰੂ ਆਪ ਹੀ ਸਾਰੇ ਸੰਸਾਰ ਦਾ ਰਚਨ ਵਾਲਾ ਹੈ। ਪ੍ਰਭ ਬਿਨਾ ਨਹੀਂ ਜਾਣੀਐ ਉਸ ਪਰਮਾਤਮਾ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਜਾਣੀਦਾ। ਆਪ ਕਰਤਾ ਆਪ ਭੁਗਤਾ ਪਰਮਾਤਮਾ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ, ਆਪ ਹੀ ਜੀਵ ਰੂਪ ਹੋ ਕੇ ਪਦਾਰਥਾਂ ਨੂੰ ਭੋਗਣ ਵਾਲਾ ਹੋ ਰਿਹਾ ਹੈ। ਆਪ ਕਾਰਨ ਕੀਆ ਅਰੇ ਆਪ ਹੀ ਸਾਰੇ ਕਾਰਨਾਂ ਨੂੰ, ਕਾਰਨ ਰੂਪ ਪ੍ਰਪੰਚ ਨੂੰ ਬਣਾਉਣਾ ਕੀਤਾ ਹੈ। ਇਸੇ ਪ੍ਰਕਾਰ ਆਪ ਕਰਤਾ ਆਪ ਭੁਗਤਾ ਆਪ ਹੀ ਜਗਿਆਸੂ ਰੂਪ ਹੋ ਕੇ ਸਾਧਨ ਕਰਦਾ ਹੈ। ਆਪ ਹੀ ਬ੍ਰਹਮ ਵਿਤਾ ਰੂਪ ਹੋ ਕੇ ਬ੍ਰਹਮਾਨੰਦ ਨੂੰ ਭੋਗਣਾ ਕਰਦਾ ਹੈ। ਆਪ ਕਾਰਨ ਕੀਆ ਅਰੇ ਆਪ ਹੀ ਗੁਰੂ ਰੂਪ ਹੋ ਕੇ ਜਗਿਆਸੂਆਂ ਦੀ ਕਲਿਆਣ ਕਰਨ ਦਾ ਕਰਤਾ ਹੈ। ਬਿਨਵੰਤ ਨਾਨਕ ਸਈ ਜਾਣ ਹੈ। ਬੇਨਤੀ ਪੂਰਵਕ ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ, ਇਸ ਵਿਚਾਰ ਨੂੰ ਉਹੀ ਪੁਰਖ ਜਾਣਦੇ ਹਨ ਜਿਨੀ ਹਰ ਰਸ ਪੀਆ ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਰਸ ਨੂੰ ਪੀਣਾ ਕੀਤਾ ਹੈ। ਬਿਲਾਵਲ ਮਹਲਾ ਪੰਜਵਾ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਇਹ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸੰਤ ਇਹ ਸ਼ੰਤਨਾਮੇ ਜਸ ਰੂਪੀ ਬਾਣੀ ਉਚਾਰਦੇ ਨੇ। ਇੱਕ ਓੰਕਾਰ ਇੱਕ ਅਦੁੱਤੀ ਪਰਮਾਤਮਾ ਓੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਖੀ ਆਓ ਸਖੀ ਇਹ ਸਹੇਲੀ ਆਉਣਾ ਕਰ, ਇਹ ਸਖੀ ਆਉਣਾ ਕਰ। ਵਸ ਆਓ ਸਖੀ ਇਹ ਸਖੀ ਹੋਰਨਾਂ ਦੇਵੀ ਦੇਵਤਿਆਂ ਜਾਂ ਦਵੈਤ ਵਾਲੇ ਪਾਸਿਆਂ ਤੋਂ ਹਟ ਕੇ ਮਹਾਤਮਾ ਜਾਂ ਗੁਰਾਂ ਦੀ ਅਧੀਨਗੀ ਭਾਵ ਸੰਗਤ ਵਿੱਚ ਆਉਣਾ ਕਰ। ਅਸੀਂ ਪਿਰ ਕਾ ਮੰਗਲ ਗਾਵਹਿ ਫਿਰ ਆਪਾਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਮਿਲ ਕੇ ਜਸ ਗਾਉਣਾ ਕਰਾਂਗੀਆਂ। ਜਾਂ ਇਹ ਸਖੀ ਆਉਣਾ ਕਰ, ਇਕੱਤਰ ਹੋ ਕੇ ਅਸੀਂ ਦੋਨੋਂ ਹੀ ਪਤੀ ਪਰਮੇਸ਼ਰ ਦਾ ਜਸ ਗਾਇਨ ਕਰਾਂਗੀਆਂ। ਇਸੇ ਪ੍ਰਕਾਰ ਸਖੀ ਆਓ ਸਖੀ ਇਹ ਸਖੀ ਇਧਰੋਂ ਵੀ ਤੂੰ ਆਉਣਾ ਕਰ, ਤੇ ਹੇ ਸਖੀ ਇਧਰ ਮੈਂ ਵੀ ਆਉਣਾ ਕਰਦੀ ਹਾਂ। ਇਹ ਸਖੀ ਵਸ ਆਓ ਸਖੀ ਇਹ ਸਖੀ ਆ ਵਸ ਭਾਵ ਮਿਲ ਕੇ ਅਸੀਂ ਪਿਰ ਕਾ ਮੰਗਲ ਗਾਵਹਿ ਆਪਾਂ ਦੋਨੋਂ ਮਿਲ ਕੇ ਪਰਮੇਸ਼ਰ ਦਾ ਜਸ ਗਾਇਨ ਕਰੀਏ। ਇਸੇ ਪ੍ਰਕਾਰ ਸਖੀ ਆਓ ਸਖੀ ਇਹ ਸਖੀ ਜੋ ਜਗਿਆਸੂ ਰੂਪ ਸਖੀ ਸਹੇਲੀ ਦੀ ਨਿਆਈ ਸਹਾਇਤਾ ਕਰਨ ਵਾਲੇ ਦਾਤੇ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਹੈ। ਵਸ ਆਓ ਸਖੀ ਉਹ ਸੰਗਤ ਦੇ ਵਿੱਚ ਅਧੀਨ ਹੋ ਜਾਂਦੀ ਹੈ
ਅਤੇ ਅਸੀਂ ਪਿਰ ਕਾ ਮੰਗਲ ਗਾਵਹੈ। ਉਹ ਸੰਸਾਰ ਵਿੱਚ ਜਨਮ ਧਾਰ ਕੇ ਆਉਣ ਜਾਣ ਵੱਲੋਂ ਰਹਿਤ ਹੋ ਜਾਂਦੀ ਹੈ। ਜਾਂ ਇਹ ਸਖੀ ਵਤ ਦਾਤੇ ਸਤਿਗੁਰੂ ਦੀ ਸੰਗਤ ਸ਼ਰਨ ਵਿੱਚ ਆ ਕੇ ਵਸਣਾ ਕਰ। ਫਿਰ ਆਪਾਂ ਮਿਲ ਕੇ ਸਾਖੀ ਚੇਤਨ ਪਤੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰੀਏ। ਇਸੇ ਪ੍ਰਕਾਰ ਸਖੀ ਆਊ ਸਖੀ ਇਹ ਜਗਿਆਸੂ ਰੂਪ ਸੇ ਲੀਏ ਤੂੰ ਸਾਧਨਾ ਦੇਹ ਦਾ ਹੰਕਾਰ ਛੱਡ ਦੇਣਾ ਕਰ। ਅਰੇ ਹੇ ਸਹੇਲੀਏ ਵਸ ਆਊ ਤਜਮਾਨ ਸਖੀ ਤਜਮਾਨ ਸਖੀ ਤਜਮਾਨ ਸਖੀ। ਸਖੀ ਆਊ ਸਖੀ ਇਹ ਸਖੀ ਦਾਤੇ ਸਤਿਗੁਰਾਂ ਦੀ ਸੰਗਤ ਵਿੱਚ ਆਉਣਾ ਕਰ। ਵਸ ਆਊ ਸਖੀ ਦਾਤੇ ਸਤਿਗੁਰਾਂ ਦੀ ਸੰਗਤ ਵਿੱਚ ਆਉਣਾ ਕਰ, ਵਸਣਾ ਕਰ। ਅਸੀਂ ਪਿਰ ਕਾ ਮੰਗਲ ਗਾਵਹੈ। ਅਸੀਂ ਮਿਲ ਕੇ ਸਾਰੀਆਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਜਸ ਗਾਉਣਾ ਕਰੀਏ ਕਿ ਕਿਵੇਂ ਕਿ ਮਿਲਾਂ ਪ੍ਰੀਤਮ ਪਿਆਰੇ। ਸੋ ਕਿਵੇਂ ਪਿਆਰੇ ਪਤੀ ਨੂੰ ਪਰਮਾਤਮਾ ਨੂੰ ਮਿਲੀਦਾ, ਜਿਸ ਕਰਕੇ ਸਖੀ ਸਾਖੀ ਚੇਤਨ ਆਪਣੇ ਵਸ ਵਿੱਚ ਆ ਜਾਵੇ। ਤਜਮਾਨ ਸਖੀ ਤਜਮਾਨ ਸਖੀ। ਇਹ ਜਗਿਆਸੂ ਰੂਪ ਸਹੇਲੀਏ ਤੂੰ ਸਾਧਨਾ ਦਾ ਦੇਹ ਦਾ ਹੰਕਾਰ ਛੱਡ ਦੇ। ਮਾਤ ਆਪਣੇ ਪ੍ਰੀਤਮ ਭਾਵ ਹੈ। ਇਹ ਸਹੇਲੀਏ ਤੂੰ ਗੁਣਾਂ ਦਾ ਹੰਕਾਰ ਛੱਡ ਦੇ। ਜਾਂ ਹੇ ਸਖੀ ਤੂੰ ਗੁਣਾਂ ਦਾ ਹੰਕਾਰ ਤੇ ਦੁਨੀਆ ਦੀ ਪ੍ਰਭਤਾ ਦਾ ਮਾਣ ਸਖੀ ਭਾਵ ਦਾਤੇ ਸਤਿਗੁਰਾਂ ਦੇ ਪਾਸ ਛੱਡ ਦੇ। ਜਾਂ ਹੇ ਸਖੀ ਤਿਆਗਣੇ ਯੋਗ ਹੰਕਾਰ ਨੂੰ ਮਨ ਵਿੱਚੋਂ ਤਿਆਗ ਦੇ। ਇੰਜ ਸ਼ਾਇਦ ਆਪ ਦੇ ਪਿਆਰੇ ਪਤੀ ਪਰਮੇਸ਼ਰ ਨੂੰ ਖਬਰਿਆ ਭਾਈ ਜਾਈਏ। ਜਾਂ ਤੂੰ ਇਹ ਸਿੱਖਿਆ ਹਿਰਦੇ ਵਿੱਚ ਧਾਰਨ ਕਰ ਲੈ, ਜਿਸ ਪ੍ਰਕਾਰ ਤੂੰ ਆਪਣੇ ਪਿਆਰੇ ਪਤੀ ਪਰਮੇਸ਼ਰ ਨੂੰ ਪਾ ਜਾਵੇਂਗੀ। ਤਜਮਾਨ ਮੋਹ ਵਿਕਾਰ ਦੂਜਾ। ਇਹ ਸਖੀ ਦੁਨੀਆ ਦੀ ਪ੍ਰਭਤਾ ਦਾ ਹੰਕਾਰ, ਸਰੀਰਾਂ ਦਾ ਮੋਹ ਸਨੇਹ, ਕਾਮ ਕ੍ਰੋਧ ਆਦਿਕ ਵਿਕਾਰ ਤੇ ਦਵੈਤ ਵਾਲਾ ਸੁਭਾਅ ਛੱਡ ਕੇ ਸੇਵ ਏਕ ਨਿਰੰਜਨੋ। ਇੱਕ ਸ਼ੁੱਧ ਸਰੂਪ ਪਰਮੇਸ਼ਰ ਨੂੰ ਸੇਵਨਾ ਭਜਨਾ ਕਰ। ਜਾਂ ਦਵੈਤ ਵਾਲੀ ਬਿਰਤੀ ਦਾ ਤਿਆਗ ਕਰਕੇ ਇੱਕ ਸ਼ੁੱਧ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਭਗਤੀ ਰੂਪ ਟਹਿਲ ਕਰ। ਲਗ ਚਰਨ ਸਰਣ ਦਇਆਲ ਪ੍ਰੀਤਮ। ਸੋ ਇਹ ਸਖੀ ਤੂੰ ਉਸ ਦਇਆ ਦੇ ਕਰ ਪਿਆਰੇ ਸਤਿਗੁਰਾਂ ਜਾਂ ਪਰਮੇਸ਼ਰ ਦੇ ਚਰਨਾਂ ਦੀ ਓੜ ਦੇ ਵਿੱਚ ਲੱਗਣਾ ਕਰ। ਸਾਗਲ ਦੁਰਤ ਬੇਖੰਡਨੋ। ਜੋ ਸਾਰੇ ਪਾਪਾਂ ਨੂੰ ਵਿਸ਼ੇਸ਼ ਕਰਕੇ ਕੱਟਣ ਵਾਲਾ, ਨਾਸ਼ ਕਰਨ ਵਾਲਾ ਹੈ। ਜਾਂ ਦਵੈਤ ਦੇ ਵਿੱਚ ਪ੍ਰੀਤੀ ਕਰਨ ਵਾਲੇ ਸੁਭਾਅ ਨੂੰ ਕੱਟਣ ਵਾਲਾ ਹੈ। ਕੋਈ ਦਾਸ ਦਾਸੀ ਤਜ ਉਦਾਸੀ। ਇਹ ਸਖੀ ਜੋ ਵਾਹਿਗੁਰੂ ਦੇ ਮਨ ਬਾਣੀ ਸਰੀਰ ਕਰਕੇ ਸੇਵਕ ਬਣੇ ਹੋਏ ਨੇ, ਉਹਨਾਂ ਸੇਵਕਾਂ ਦੀ ਟਹਿਲਣ ਹੋ ਕੇ ਪਤੀ ਪਰਮੇਸ਼ਰ ਦੀ ਅਪ੍ਰਾਪਤੀ ਦੀ ਉਪਰਾਮ ਦਾ ਛੱਡ ਦੇਣਾ ਕਰ। ਭਾਵ ਪਰਮੇਸ਼ਰ ਦੇ ਨਾਮ ਮਿਲਣ ਦੀ ਉਦਾਸੀਨਤਾ ਛੱਡ ਦੇਣਾ ਕਰ। ਬਹੁੜ ਵਿਧੀ ਨਾ ਧਾਵਾ। ਤਾਂ ਫਿਰ ਤੇਰਾ ਸੰਸਾਰਕ ਵਿਧੀਆਂ ਵਾਸਤੇ ਦੌੜਨਾ ਨਹੀਂ ਹੋਵੇਗਾ। ਜਾਂ ਤੇਰਾ ਸੰਸਾਰ ਜੂਨਾਂ ਵਿੱਚ ਲਿਆਉਣ ਵਾਲੀਆਂ ਜੁਗਤੀਆਂ ਵਿੱਚ ਦੌੜਨਾ ਨਹੀਂ ਹੋਵੇਗਾ। ਜਾਂ ਤੈਨੂੰ ਵਿਧਨ ਖੇਦ ਕਰਮਾਂ ਵਿੱਚ ਦੌੜਨਾ ਨਹੀਂ ਪਵੇਗਾ। ਅਤੇ ਪਤੀ ਪਰਮੇਸ਼ਰ ਦੇ ਅੱਗੇ ਇੰਜ ਬੇਨਤੀ ਕਰ। ਨਾਨਕ ਪਇਮ ਪੈ ਕਰਹੁ ਕਿਰਪਾ। ਬੇਨਤੀ ਪੂਰਵਕ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਪਤੀ ਪਰਮੇਸ਼ਰ ਮੇਰੇ ਤੇ ਮਿਹਰ ਭਰੀ ਦ੍ਰਿਸ਼ਟੀ ਕਰਨਾ ਕਰੋ। ਨਾਮ ਮੰਗਲ ਗਾਵਾ। ਤਾਂ ਜੋ ਮੈਂ ਤੇਰੀ ਪ੍ਰਾਪਤੀ ਦੀ ਇੱਛਾ ਧਾਰ ਕੇ ਤੇਰੇ ਜਸ ਨੂੰ ਗਾਵਾਂ। ਜਾਂ ਜਦੋਂ ਕਿਰਪਾ ਦ੍ਰਿਸ਼ਟੀ ਕਰੂੰ ਤਦੋਂ ਮੈਂ ਤੇਰੇ ਜਸ ਨੂੰ ਗਾਵਾਂ। ਅੰਮ੍ਰਿਤ ਪ੍ਰਿਯ ਕਾ ਨਾਮ। ਇਹ ਜਗਿਆਸੂ ਰੂਪ ਸਖੀ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਪਿਆਰੇ ਪਤੀ ਪਰਮੇਸ਼ਰ ਦਾ ਜੋ ਨਾਮ ਹੈ,
ਇਹ ਨਾਮ ਅੰਮ੍ਰਿਤ ਹੈ। ਮੈਂ ਅੰਧਲੇ ਟੋਹਨੀ ਇਹ ਮੈਨੂੰ ਵੈਰਾਗ ਵਿਵੇਕ ਰੂਪ ਨੇਤਰਾਂ ਦੇ ਵਿੱਚ ਵਿਚਾਰ ਰੂਪ ਨਿਗਾਹ ਤੋਂ ਹੀਣੇ ਅੰਨੇ ਨੂੰ ਸੋਟੀ ਵਾਂਗ ਆਸਰਾ ਰੂਪ ਹੈ। ਅਰਥਾਤ ਜਿਵੇਂ ਅੰਨੇ ਪੁਰਖ ਨੂੰ ਚੱਲਣ ਲਈ ਸੋਟੀ ਆਸਰਾ ਹੁੰਦੀ ਹੈ, ਇੰਜ ਮੈਨੂੰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰ। ਭਾਵ ਜਿੱਥੇ ਸ਼ਾਸਤਰਾਂ ਦੇ ਬੁੱਧੀ ਦੀ ਸਿਆਣ ਵਾਲੀ ਬਿਰਤੀ ਕੰਮ ਨਹੀਂ ਆਉਂਦੀ, ਉਥੇ ਨਾਮ ਦਾ ਹੀ ਆਸਰਾ ਕੰਮ ਆਉਂਦਾ ਹੈ। ਮੈਂ ਨਾਮ ਅੰਧਲੇ ਟੋਹਨੀ ਮੈਂ ਅੰਨੇ ਨੂੰ ਇਹ ਵਾਹਿਗੁਰੂ ਤੇਰੇ ਨਾਮ ਦੀ ਸੋਟੀ ਹੈ, ਆਸਰਾ ਹੈ। ਉਹ ਜੋ ਹੈ ਬਹੁ ਪ੍ਰਕਾਰ ਬਹੁਤ ਤਰ੍ਹਾਂ ਕਰਕੇ ਮੈਨੂੰ ਤਮਾਮ ਜੀਵਾਂ ਨੂੰ ਤਾੜ ਰਹੀ ਹੈ। ਕੀ ਤਾੜ ਰਹੀ ਹੈ? ਮਾਇਆ। ਸੁੰਦਰ ਮੋਹਨੀ ਜੋ ਮਨ ਨੂੰ ਮੋਹਿਤ ਕਰਨ ਵਾਲੀ ਸੋਹਣੀ ਮਾਇਆ ਹੈ, ਉਹ ਬਹੁਤ ਤਰ੍ਹਾਂ ਕਰਕੇ ਮੈਨੂੰ ਜਾਂ ਤਮਾਮ ਜੀਵਾਂ ਨੂੰ ਤਾੜ ਰਹੀ ਹੈ। ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਜਿਹਨੂੰ ਰੱਬ ਨੇ ਪੇਟ ਲਾ ਦਿੱਤਾ, ਇਹ ਪੇਟ ਵੀ ਇੱਕ ਮਾਇਆ ਹੀ ਹੈ। ਬਾਲ ਬੱਚਾ ਘਰ-ਬਾਰ ਜ਼ਰੂਰੀ ਨਹੀਂ ਵੀ ਪੈਸਾ ਹੀ ਮਾਇਆ, ਜ਼ਮੀਨ ਜਾਇਦਾਦ ਪ੍ਰਾਪਰਟੀ ਜੋ ਵੀ ਕੁਛ ਹੈ ਇਹ ਸਭ ਮਾਇਆ ਹੈ। ਤਮਾਮ ਜੀਵਾਂ ਨੂੰ ਤਾੜ ਰਹੀ ਹੈ। ਮੈਂ ਕੋਈ ਵੱਖ ਥੋੜ੍ਹਾ ਦੁਨੀਆ 'ਚ, ਜਾਂ ਮੇਰੇ ਵੱਲ ਜਾਂ ਤਮਾਮ ਜੀਵਾਂ ਨੂੰ ਤੱਕ ਰਹੀ ਹੈ। ਭਾਵ ਜੀਵਾਂ ਦੇ ਜਪ ਤਪ ਨਾਸ਼ ਕਰ ਰਹੀ ਹੈ। ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਮਾਇਆ ਇਹੋ ਜਿਹੀ ਮੋਹਣੀ ਹੈ ਭਾਈ, ਜਿੰਨੇ ਵੀ ਜੀਵ ਨੇ ਉਹਨਾਂ ਸਾਰਿਆਂ ਨੂੰ ਉਹਨੇ ਭਰਮਾਇਆ ਹੋਇਆ। ਵਾਹਿਗੁਰੂ ਨੂੰ ਭੁਲਾ ਕੇ ਹੋਰ ਦੁਐਤ ਵਾਲੇ ਪਾਸੇ ਉਹਨੂੰ ਲਾ ਦਿੰਦੀ ਹੈ। ਮੋਹਨੀ ਮਹਾ ਬੇਚਿੱਤਰ ਚੰਚਲ ਮਨ ਨੂੰ ਮੋਹਿਤ ਕਰਨ ਵਾਲੀ ਮਾਇਆ ਬੜੀ ਹੀ ਅਜੀਬੋ ਕਿਸਮ ਦੀ ਹੈ, ਅਚਰਜ ਤੇ ਚੰਚਲਤਾਈ ਵਾਲੀ ਹੈ। ਇਸੇ ਪ੍ਰਕਾਰ ਮੋਹਨੀ ਮਹਾ ਬਚਿੱਤਰ ਚੰਚਲ ਮੋਹਿਤ ਕਰਨ ਵਾਲੀ ਮਾਇਆ ਬਹੁਤ ਤਰ੍ਹਾਂ ਦੇ ਬ੍ਰਹਮ ਲੋਕ ਦੇ ਸੁੱਖ, ਸਵਰਗ ਲੋਕ ਦੇ ਭੋਗ ਆਦਿਕ ਵਿਖਾਉਂਦੀ ਹੈ, ਜਾਂ ਸੰਸਾਰ ਦੇ ਤਿਵ ਭੋਗ ਵਿਖਾਉਂਦੀ ਹੈ, ਅਤੇ ਬਚਿੱਤਰ ਨਾਨਾ ਤਰ੍ਹਾਂ ਦੀ ਚੰਚਲਤਾਈ ਕਰਦੀ ਹੈ। ਭਾਵ ਕਦੇ ਪੂਜਾ ਕਰਾਉਣ ਵਾਲਾ ਹੋ ਕੇ ਜਾਂ ਕਰਨ ਵਾਲਾ ਹੋ ਕੇ ਮੋਹਿਤ ਕਰਦੀ ਹੈ, ਕਦੀ ਅਧਿਕਾਰੀ ਬਣ ਕੇ ਮੱਥਾ ਟੇਕਦੀ ਹੈ, ਅਤੇ ਬੇਅੰਤ ਤਰ੍ਹਾਂ ਦੇ ਹਾਵ ਭਾਵ ਅੰਗਾਂ ਦੇ ਵਿੱਚ ਪੈਦਾ ਹੋਈ ਚੇਸ਼ਟਾ ਦਿਖਾਉਂਦੀ ਹੈ। ਅਨਕ ਭਾਵ ਦਿਖਾਵੇ ਅਰਥਾਤ ਅੰਤੇ ਕਰਨ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ ਵਿਖਾਉਂਦੀ ਹੈ। ਹੋਈ ਢੀਠ ਮਿੱਠੀ ਮਨ ਲਾਗੈ ਉਹ ਮਾਇਆ ਢੀਠ ਹੋ ਕੇ, ਨਿਡਰ ਨਿਰਲੱਜ ਹੋ ਕੇ ਜੀਵਾਂ ਦੇ ਮਨ ਚਿੱਤ ਦੇ ਵਿੱਚ ਮਿੱਠੀ ਪਿਆਰੀ ਜਿਹੀ ਲੱਗਦੀ ਹੈ। ਨਾਮ ਲੈਣ ਨਾ ਆਵੇ ਇਸ ਕਰਕੇ ਜੀਵਾਂ ਨੂੰ ਪਰਮੇਸ਼ਰ ਦਾ ਨਾਮ ਲੈਣਾ ਨਹੀਂ ਆਉਂਦਾ, ਨਾਮ ਜਪਣਾ ਨਹੀਂ ਆਉਂਦਾ। ਕੋਈ ਵੀ ਕਮਲਾ ਮੂਰਖ ਤੋਂ ਮੂਰਖ ਬੰਦਾ, ਉਹਨੂੰ 100 ਰੁਪਈਆ ਦੇ ਕੇ ਬਾਜ਼ਾਰ ਨੂੰ ਤੋਰ ਦਿਓ, ਬੀੜੀਆਂ ਦਾ ਬੰਡਲ ਉਹਨੂੰ ਲੈਣ ਦਾ ਪਤਾ ਵੀ ਕਿੰਨੀਆਂ ਆਉਣੀਆਂ ਨੇ, ਤੰਬਾਕੂ ਦੀਆਂ ਪੁੜੀਆਂ ਕਿੰਨੀਆਂ ਆਉਣੀਆਂ ਨੇ, ਸ਼ਰਾਬ ਦੀ ਬੋਤਲ ਕਿੰਨੇ ਦੀ ਆਉਣੀ ਹੈ। 1-1 ਰੁਪਈਆ ਚੁਣ ਚੁਣ ਕੇ ਗਿਣ ਕੇ ਦਊਗਾ। ਅਤੇ ਪਰ ਭਾਵੇਂ ਕੋਈ ਸਿਆਣੇ ਤੋਂ ਸਿਆਣਾ ਵੀ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕਈਆਂ ਤੋਂ ਮੈਂ ਸੁਣਿਆ ਸਭ ਤੋਂ ਵੱਡਾ ਬਹਾਨਾ ਹੈ ਸੇਵਾ ਨਾ ਕਰਨੀ ਹੋਵੇ, ਕਹਿੰਦੇ ਸਾਡੇ ਹੱਥ ਜੂਠੇ ਨੇ। ਉਹ ਭਲਿਓ ਮਾਨਸੋ, ਪਾਣੀ ਨਾਲ ਧੋ ਲਓ, ਜੇ ਜੂਠੇ ਨੇ ਤਾਂ ਉਹਨੂੰ ਧੋਣਾ ਵੀ ਚਾਹੀਦਾ। ਸਭ ਤੋਂ ਵੱਡਾ ਬਹਾਨਾ। ਅਤੇ ਜੇ ਪਾਠ ਨਾ ਕਰਨਾ ਹੋਵੇ, ਮਨ ਬੇਈਮਾਨ ਹੋਵੇ, ਆਖੇ ਜੀ ਮੈਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ। ਪੈਸੇ ਕਿੰਨੇ ਆਉਂਦੇ ਹਨ, ਦੁਨੀਆ ਦਾ ਹਰੇਕ ਕੰਮ ਆਪਾਂ ਸਿੱਖਦੇ ਹਾਂ, ਛੋਟੇ ਤੋਂ ਲੈ ਕੇ ਵੱਡਾ ਤੱਕ, ਕਿੱਲ ਠੋਕਣ ਤੋਂ ਲੈ ਕੇ ਜਹਾਜ਼ ਬਣਾਉਣ ਤੱਕ ਬੰਦੇ ਨੇ ਸਭ ਕੁਛ ਕਰ ਦਿੱਤਾ। ਪਰ ਅਜੇ ਤੱਕ ਸਾਨੂੰ ਜਾਪ ਸਾਹਿਬ ਹੀ ਨਹੀਂ ਆਇਆ। ਜੇ ਪਾਠ ਪੜ੍ਹਨਾ ਆ ਗਿਆ, ਆਖੇ ਜੀ ਸਮਝ ਨਹੀਂ ਆਉਂਦੀ।
ਇੰਨੇ ਸਟੀਕ ਹਨ। ਆਪਾਂ ਕੋਈ ਧਾਰਮਿਕ ਕਿਤਾਬ ਗੁਰਬਾਣੀ ਦੇ ਸਟੀਕ ਨੂੰ ਪੜ੍ਹੀਏ ਵਾਚੀਏ। ਸਾਡੀ ਆਪਣੀ ਪੰਜਾਬੀ ਮਾਂ ਬੋਲੀ 'ਚ ਮਹਾਰਾਜ ਨੇ ਬਾਣੀ ਲਿਖੀ ਹੈ, ਅਤੇ ਇਸ ਲਈ ਇਹ ਬਹਾਨੇਬਾਜ਼ੀ ਹੈ, ਬੇਈਮਾਨੀ ਹੈ ਆਪ ਦੇ ਆਪ ਨਾਲ, ਧਰਮ ਦੇ ਨਾਲ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਬੰਦੇ ਨੂੰ ਢੀਠ ਬਣਾ ਦਿੰਦੀ ਹੈ। ਪੈਸੇ ਵਾਲਾ ਬੰਦਾ ਨਾ ਤਾਂ ਬਹਿ ਕੇ ਕਥਾ ਕੀਰਤਨ ਸੁਣ ਸਕਦਾ, ਉਹਦਾ ਮਨ ਪੈਸੇ 'ਚ ਰਹੂਗਾ ਵੀ ਇੰਨਾ ਟਾਈਮ ਜੇ ਮੈਂ ਕਿਤੇ ਕਾਰੋਬਾਰ 'ਚ ਬੈਠਾ ਹੁੰਦਾ ਕੋਈ ਨਾ ਕੋਈ ਮੈਨੂੰ ਪ੍ਰੋਫਿਟ ਪ੍ਰਾਪਤ ਹੋ ਜਾਣਾ ਸੀ। ਪਰ ਜਿਵੇਂ ਆਉਂਦੀ ਹੈ ਤਿਵੇਂ ਜਦ ਪਾਣੀ ਵਾਂਗੂ ਰੁੜ ਜਾਂਦੀ ਹੈ, ਫਿਰ ਇਨਸਾਨ ਨੂੰ ਸੋਝੀ ਆਉਂਦੀ ਹੈ ਵੀ ਇਹ ਤਾਂ ਕੁਛ ਵੀ ਨਹੀਂ ਸੀ। ਜਦ ਧੋਖਾ ਹੋ ਜਾਂਦਾ ਫਿਰ ਪਤਾ ਚੱਲਦਾ ਹੈ ਕਿ ਆਪਾਂ ਤਾਂ ਇਹਦੇ ਪਿੱਛੇ ਐਵੇਂ ਭੱਜੇ ਫਿਰਦੇ ਰਹੇ। ਤੋ ਜਿਵੇਂ ਖੁਰਚ ਖੁਰਚ ਕੇ ਮੂਸਾ ਮਰ ਗਿਆ ਅਤੇ ਮੌਜ ਲਈ ਭੁਜੰਗੇ ਨੇ, ਸਿੰਜ ਸਿੰਜ ਕੇ ਮਾਲੀ ਮਰ ਗਿਆ, ਮੌਜ ਲਈ ਭਵਰੰਗੇ ਨੇ, ਅਤੇ ਚੂਸ ਚੂਸ ਕੇ ਮੱਖੀ ਮਰ ਗਈ, ਮੌਜ ਲਈ ਉਹ ਵਰਤੰਦੇ ਨੇ। ਨਿੱਕੀਆਂ ਮੱਖੀਆਂ ਵਿਚਾਰੀਆਂ ਕਿੰਨੀ ਖੇਚਲ ਦੇ ਨਾਲ ਸ਼ਹਿਦ ਚੂਸਦੀਆਂ ਹਨ, ਅਤੇ ਜਿਹੜੇ ਚੋਣ ਵਾਲੇ ਨੇ ਛਤਾ ਲਾ ਕੇ ਉਹ ਜਾਂਦੇ ਵਿਚਾਰੀਆਂ ਵੇਖਦੀਆਂ ਰਹਿੰਦੀਆਂ। ਗਾਂ ਵਿਚਾਰੀ ਆਪਦੇ ਬੱਚੇ ਲਈ ਦੁੱਧ ਇਕੱਠਾ ਕਰਦੀ ਹੈ, ਅਤੇ ਮਾੜਾ ਜਿਹਾ ਬੱਚੇ ਨੂੰ ਦਿਖਾ ਕੇ ਗਾਂ ਨੂੰ ਬੱਚਾ ਜਦ ਦਿਖਾਇਆ ਅਤੇ ਜਦ ਉਹ ਤਿਆਰ ਹੋਈ ਬੱਚੇ ਨੂੰ ਪਰਾਂ ਕਰਕੇ ਅਤੇ ਦੁੱਧ ਲੈਣ ਵਾਲਾ ਲੈ ਕੇ ਹੋ ਗਿਆ ਵਿਚਾਰੀ ਵੇਖਦੀ ਰਹਿੰਦੀ ਆਪਦੇ ਬੱਚੇ ਵੱਲ। ਜਿਹੜਾ ਚੂਹਾ ਹੈ ਖੁੱਡ ਚੂਹਾ ਪੁੱਟਦਾ ਹੈ, ਸੱਪ ਨੂੰ ਖੁੱਡ ਪੁੱਟਣੀ ਨਹੀਂ ਆਉਂਦੀ, ਅਤੇ ਪੁੱਟੀ ਪੁਟਾਈ ਖੁੱਡ ਦੇ ਵਿੱਚ ਸੱਪ ਵੜ ਕੇ ਚੂਹੇ ਨੂੰ ਖਾ ਜਾਂਦਾ। ਉਹ ਵਿਚਾਰਾ ਵੇਖਦਾ ਹੈ ਉੱਪਰ ਹੇਠਾਂ ਵੀ ਮੈਂ ਤਾਂ ਐਵੇਂ ਹੀ ਮਿਹਨਤ ਮਾਰਦਾ ਰਿਹਾ। ਮਾਲੀ ਵਿਚਾਰਾ ਸਿੰਜ ਸਿੰਜ ਕੇ ਮਰ ਜਾਂਦਾ, ਪਾਣੀ ਨੂੰ ਪਾਉਂਦਾ ਅਤੇ ਫੁੱਲਾਂ ਦੀ ਸੁਗੰਧੀ ਉਹਦਾ ਰਸ ਭੋਰਾ ਲੈ ਕੇ ਆਉ ਜਾਂਦਾ ਅਤੇ ਆਉ ਜਾਂਦਾ। ਤੋ ਇਸ ਲਈ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾਖ ਕਰੋੜ, ਕਿਹਦੇ ਲਈ? ਧੀਆਂ ਪੁੱਤਾਂ ਲਈ। ਜਿਹੜੇ ਕਹਿਆ ਨਾ ਮਾਨੈ ਆਖੇ ਨਹੀਂ ਲੱਗਦੇ, ਸਿਰ ਖਾਕ ਛਾਨੈ, ਸਿਰ ਉੱਪਰ ਭਰ ਕੇ ਮਿੱਟੀ ਦਾ ਬੁੱਕ ਸਵਾਹ ਦਾ ਬੁੱਕ ਪਾਉਂਦੇ, ਜਿਹੜਾ ਨਾ ਕਰ ਦੇਣੀ ਪਰੇ ਪੰਚਾਇਤ ਦੇ ਵਿੱਚ ਆਪਦੇ ਬਜ਼ੁਰਗਾਂ ਦੀ ਬੇਇੱਜ਼ਤੀ ਕਰ ਦੇਣੀ, ਇਹੀ ਖਾਕ ਛਾਨਣੀ ਹੈ। ਜਿਹੜੇ ਧੀ ਪੁੱਤ ਉਂਗਲ ਫੜ ਫੜ ਕੇ ਵੱਡੇ ਕੀਤੇ, ਜਵਾਨ ਕੀਤੇ, ਉਹ ਕਹਿੰਦੇ ਆਪਾਂ ਤਾਂ ਐਡਵਾਂਸ ਹਾਂ ਜੀ, ਤੁਹਾਨੂੰ ਕੀ ਪਤਾ, ਆਖੇ ਨਹੀਂ ਲੱਗਦੇ। ਸਿਰ ਸਵਾਹ ਪਾ ਕੇ ਅੱਗੇ ਨੂੰ ਤੁਰ ਜਾਂਦੇ ਨੇ। ਕਹਿਆ ਨਾ ਮਾਨੈ ਸਿਰ ਖਾਕ ਛਾਨੈ, ਜਿਨ ਸੰਗ ਮਨ ਤਨ ਜਾਲਿਆ, ਜਿਨ੍ਹਾਂ ਲਈ ਮਨ ਤੇ ਤਨ ਸਾੜ ਸੁੱਟਿਆ। ਅਤੇ ਇਸ ਲਈ ਐਸਾ ਹੀ ਸੰਸਾਰ ਹੈ, ਕੋਈ ਵੀ ਕਿਸੇ ਦਾ ਨਹੀਂ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਧਾਰਾ ਕਿਆ ਮੀਤ। ਕੀ ਘਰ ਵਾਲੀ ਹੈ, ਕੀ ਮਿੱਤਰ ਹੈ। ਕਾਮਣ ਲੋੜ ਹੈ ਸੋਈ ਨਾ ਰੂਪਾ, ਘਰ ਵਾਲੀ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ ਚਾਹੀਦੇ ਨੇ। ਮਿੱਤਰ ਲੋੜੇ ਹਨ ਸੁਖਾਦਾ, ਤਾਂ ਜਿਹੜੇ ਮਿੱਤਰ ਦੋਸਤ ਨੇ ਉਹਨਾਂ ਨੂੰ ਪਾਰਟੀਆਂ ਅਤੇ ਖਾਣ ਪੀਣ ਚਾਹ ਪਿਆਲਾ ਚਾਹੀਦਾ, ਡਰਿੰਕ ਵਗੈਰਾ। ਇਸ ਤਰੀਕੇ ਦੇ ਨਾਲ ਜੇ ਖਾਣਾ ਪੀਣਾ ਚੱਲਦਾ ਰਹੇ ਤਾਂ ਮਿੱਤਰ ਦੋਸਤ ਬਣੇ ਰਹਿੰਦੇ ਨੇ, ਨਹੀਂ ਤਾਂ ਤੂੰ ਕੌਣ ਤੇ ਮੈਂ ਕੌਣ। ਪੈਸੇ ਦੀ ਖੇਡ ਭਾਈ ਵਾਲੀ ਹੈ। 1 ਮਿੰਟ ਦੇ ਵਿੱਚ ਜਦ ਵੇਖਿਆ ਕਿ ਹੁਣ ਬਿਪਤਾ ਪਈ ਹੈ ਤਾਂ ਸਗੀ ਘਰ ਵਾਲੀ ਸਭ ਕੁਝ ਵਲੇਟ ਕੇ ਤੁਰ ਜਾਂਦੇ, ਧੀਆਂ ਪੁੱਤ ਛੱਡ ਕੇ ਪਾਸੇ ਹੋ ਜਾਂਦੇ ਨੇ। ਬਜ਼ੁਰਗਾਂ ਦਾ ਸਮਾਂ ਸੇਵਾ ਕਰਾਉਣ ਦਾ ਆਉਂਦਾ, ਉਹਨਾਂ ਨੂੰ ਬਜ਼ੁਰਗ ਘਰਾਂ ਦੇ ਵਿੱਚ ਜਿੱਥੇ ਸਰਕਾਰੀ ਸਿਟੀਜ਼ਨ ਹੋਮ ਨੇ ਉੱਥੇ ਜਮ੍ਹਾਂ ਕਰਾ ਕੇ ਅਤੇ ਚੱਲੋ ਮੇਰੇ ਭਾਈ। ਇਸ ਲਈ ਕਹਿੰਦੇ ਬੱਚੇ ਪਸੰਦ ਨਹੀਂ ਕਰਦੇ। ਇਹ ਜਿਹੜੀ ਮਾਇਆ ਹੈ ਬੰਦੇ ਨੂੰ ਢੀਠ ਬਣਾ ਦਿੰਦੀ ਹੈ। ਸਕੇ ਧੀਆਂ ਪੁੱਤ ਢੀਠ ਹੋ ਜਾਂਦੇ,
ਬਜ਼ੁਰਗਾਂ ਦੇ ਕਹਿਣੇ ਤੋਂ ਬਾਹਰ ਹੋ ਜਾਂਦੇ। ਸੋ ਸਗੀ ਇਸਤਰੀ ਢੀਠ ਬਣ ਜਾਂਦੀ। ਸੋ ਇਸੇ ਪ੍ਰਕਾਰ ਸਕੇ ਮਾਂ ਪਿਓ ਬੱਚਿਆਂ ਪ੍ਰਤੀ ਢੀਠ ਹੋ ਜਾਂਦੇ ਨੇ। ਤੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਪੈਸਾ ਦਾ ਮੋਹ ਹੈ, ਲਾਲਚ ਹੈ, ਇਹ ਬੰਦੇ ਨੂੰ ਨਿਡਰ ਬਣਾ ਦਿੰਦਾ, ਢੀਠ ਬਣਾ ਦਿੰਦਾ। ਨਿਰਲੱਜ ਹੋ ਕੇ ਜੀਵਨ ਦੇ ਚਿੱਤ ਨੂੰ ਮਿੱਠੀ ਪਿਆਰੀ ਜਿਹੀ ਲੱਗਦੀ ਹੈ। ਮਾਇਆ ਦੀ ਭਾਈ ਵਾਲੀ ਹੀ ਮੰਨਦੇ ਨੇ। ਨਾਮ ਲੈਣ ਤੱਕ ਜੀਆਂ ਨੂੰ ਆਉਣ ਨਹੀਂ ਦਿੰਦੇ, ਚੰਗੇ ਪਾਸੇ ਨਹੀਂ ਲੱਗਣ ਦਿੰਦੇ, ਨਿਤਨੇਮ ਨਹੀਂ ਕਰਨ ਦਿੰਦੇ। ਆਪਾਂ ਹੀ ਸੋਚਦੇ ਹਾਂ ਕੋਈ ਨਹੀਂ ਇੱਕ ਰੌਲ ਵੱਧ ਲਾ ਲਾਂਗੇ, ਨਿਤਨੇਮ ਛੱਡ ਦਿਓ, ਕਿਉਂਕਿ ਉੱਧਰ ਪੈਸੇ ਮਿਲਣੇ ਨੇ, ਇੱਧਰ ਫਰੀ ਕਰਨਾ ਪੈਣਾ। ਤੇ ਇਸ ਵਾਸਤੇ ਇਹੋ ਜਿਹਾ ਮਨ ਦਾ ਮੋਹ ਲਾਲਚ ਹੋਇਆ ਪਿਆ ਹੈ। ਨਾਮ ਲੈਣ ਨਾ ਆਵੇ, ਨਾਮ ਚੇਤੇ ਨਹੀਂ ਕਰਨ ਦਿੰਦੀ ਹੈ। ਆਮ ਦੁਨੀਆ ਨੂੰ ਸਮਝਦੀ ਕਿ ਵਿਹਲਿਆਂ ਦਾ ਕੰਮ ਹੈ। ਉਹ ਅਸੀਂ ਤਾਂ ਮਾਇਆਧਾਰੀ ਬਿਜ਼ਨਸਮੈਨ, ਨੌਕਰੀ ਪੇਸ਼ੇ ਵਾਲੇ ਆ। ਤੋ ਇਸ ਵਾਸਤੇ ਪ੍ਰਭੂ ਪਰਮਾਤਮਾ ਦੇ ਨਾਮ ਵਾਲੇ ਪਾਸੇ ਨੂੰ ਮਨ ਨਹੀਂ ਆਉਣ ਦਿੰਦੀ ਹੈ। ਗ੍ਰਹਿ ਬਨ ਹੈ ਤੀਰੈ ਵਰਤ ਪੂਜਾ, ਘਰ ਵਿੱਚ ਰਹਿਣ ਵਾਲੇ ਗ੍ਰਸਤੀ ਲੋਕ ਆਦਿਕ, ਜੰਗਲ ਵਿੱਚ ਰਹਿਣ ਵਾਲੇ ਸ਼੍ਰਿੰਗੀ ਰਿਸ਼ੀ ਆਦਿਕ, ਤਪਸਵੀ, ਤੀਰਥਾਂ ਦੇ ਕਿਨਾਰਿਆਂ ਤੇ ਰਹਿਣ ਵਾਲੇ ਉਦਿਆਲਕ ਮੁਨੀ ਆਦਿਕ, ਤੇ ਵਰਤ ਰੱਖਣ ਵਾਲੇ, ਬਾਟ ਘਾਟੈ ਜੂਹਨੀ, ਵਿਸ਼ਵਾਮਿੱਤਰ ਆਦਿਕ, ਪੂਜਾ ਕਰਨ ਵਾਲੇ ਬੇਅੰਤ ਰਿਸ਼ੀ ਮੁਨੀ ਆਦਿਕ, ਰਸਤੀਆਂ ਵਿੱਚ ਬੈਠਣ ਜਾਂ ਚੱਲਣ ਵਾਲੇ ਜੈਮਨ ਮੁਨੀ ਆਦਿਕ, ਘਾਟੇ ਦਰਿਆਵਾਂ ਦੇ ਕਿਨਾਰਿਆਂ ਤੇ ਰਹਿਣ ਵਾਲੇ ਸੌਰਵ ਰਿਸ਼ੀ ਆਦਿਕ, ਬੇੜੀ ਚਲਾਉਣ ਵਾਲਿਆਂ ਦੇ ਪਤਨ ਭਾਵ ਕਿਨਾਰੇ ਲੱਗਣ ਵਾਲੇ ਆਦਿਕ, ਸਭਨਾਂ ਨੂੰ ਮਾਇਆ ਵੇਖਦੀ ਭਾਵ ਨਾਸ਼ ਕਰਦੀ। ਇੱਕ ਧੁੰਦ ਰਿਸ਼ੀ ਹੋਇਆ, ਧੁੰਦ ਰਿਸ਼ੀ, ਤੇ ਉਹਨੇ ਧੁੰਦ ਹੀ ਪਾ ਦਿੱਤੀ ਸੀਗੀ। 6 ਮਹੀਨੇ ਦਰਿਆ ਜੀ ਘੁਮਾਉਂਦਾ ਰਿਹਾ ਬੇੜੀ ਵਿਕਾਰ ਭੋਗਣ ਵਾਸਤੇ। ਇਹੋ ਜਿਹੇ ਵੀ ਰਿਸ਼ੀ ਹੋਏ ਹਨ। ਇਹ ਜਿਹੜੀ ਮਾਇਆ ਹੈ, ਵੱਡੇ ਵੱਡੇ ਰਿਸ਼ੀਆਂ ਮੁਨੀਆਂ ਤਪੱਸੀਆਂ ਮੈਨੂੰ ਨਹੀਂ ਛੱਡਦੇ। ਸਭਨਾਂ ਨੂੰ ਮਾਇਆ ਨੇ ਜੋਹਣਾ ਤਾੜਨਾ ਕੀਤਾ ਹੈ। ਨਾਨਕ ਭਇ ਪੈ ਦਇਆ ਧਾਰਹੁ, ਬੇਨਤੀ ਪੂਰਵਕ ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹੇ ਆਪਣੇ ਪੀਆ ਪਰਮੇਸ਼ਰ, ਮੇਰੇ ਤੇ ਦਇਆ ਮਿਹਰ ਦੀ ਦ੍ਰਿਸ਼ਟੀ ਧਾਰਨਾ ਕਰੋ। ਨਾਮ ਅੰਦਲੇ ਟੋਹਨੀ, ਮੈਨੂੰ ਇਸ ਮਾਇਆ ਤੋਂ ਬਚਾਉਣ ਲਈ ਤੇਰੇ ਨਾਮ ਦਾ ਇੰਜ ਆਸਰਾ ਹੈ ਜਿਵੇਂ ਅੰਨੇ ਪੁਰਖ ਨੂੰ ਸੋਟੀ ਦਾ ਆਸਰਾ ਹੁੰਦਾ ਹੈ। ਮਾਇਆ ਬੰਦੇ ਨੂੰ ਅੰਨ੍ਹਿਆ ਕਰ ਦਿੰਦੀ ਹੈ। ਮਾਇਆ ਧਾਰੀ ਅਤਨ ਨਾ ਬੋਲਾ, ਸ਼ਬਦ ਨਾ ਸੁਣੀ ਬੋਰੋਲ ਕਚੋਲਾ। ਜਿਵੇਂ ਅੰਨੇ ਪੁਰਖ ਨੂੰ ਰਸਤਾ ਟੋਹਣ ਲਈ, ਲੱਭਣ ਚੱਲਣ ਲਈ ਸੋਟੀ ਦਾ ਆਸਰਾ ਹੁੰਦਾ, ਇੰਜ ਮਨਮੁਦਰੁਪ ਨੇਤਰਾਂ 'ਚ ਵਿਚਾਰ ਦੀ ਨਿਗਾਹ ਤੋਂ ਹੀਣ ਮੈਨੂੰ ਅੰਨੇ ਅਗਿਆਨੀ ਨੂੰ ਤੇਰੀ ਪ੍ਰਾਪਤੀ ਵਾਲਾ ਰਸਤਾ ਲੱਭਣ ਲਈ ਨਾਮ ਰੂਪ ਸੋਟੀ ਦਾ ਆਸਰਾ ਹੈ। ਨਾਥ ਪ੍ਰਿਯਨਾਥ, ਇਹ ਪਿਆਰੇ ਸੁਆਮੀ ਪਰਮੇਸ਼ਰ ਜੀ, ਮੈਂ ਖਿਮਾ ਰੂਪੀ ਮਾਤਾ ਤੇ ਸੰਦੋਖ ਰੂਪ ਪਿਤਾ ਤੋਂ ਹੀਣਾ ਹੋਣ ਕਾਰਨ ਯਤੀਮ ਹਾਂ। ਇਸੇ ਪ੍ਰਕਾਰ ਨਾਥ ਪ੍ਰਿਯਨਾਥ, ਇਹ ਪਿਆਰੇ ਪਤੀ ਪਰਮੇਸ਼ਰ, ਮੈਂ ਯਤੀਮ ਗਰੀਬ ਹਾਂ ਤੇ ਤੂੰ ਸਾਰਿਆਂ ਦਾ ਸੁਆਮੀ ਹੈ। ਜਿਉ ਜਾਣਹੁ ਤਿਉ ਰਖਹੁ, ਜਿਵੇਂ ਆਪ ਜੀ ਜਾਣਨਾ ਕਰਦੇ ਹੋ ਤਿਵੇਂ ਮੈਨੂੰ ਰੱਖ ਲੈਣਾ ਕਰੋ ਜੀ। ਜਿਉਂ ਭਾਵੈ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੀਤੇ ਗਨੁ ਅਸੰਖ ਅਵਗਣ ਮੇਰਿਆ। ਤਰਾਈ ਮੋਹਿ ਨਾਹਿ ਰਿਝਾਵਉ, ਇਹ ਪਰਮੇਸ਼ਰ ਮੇਰੇ ਵਿੱਚ ਵੇਦਾਂ ਸ਼ਾਸਤਰਾਂ ਦੁਆਰਾ ਤਤਵੰਗ ਦਾ ਸੰਸ਼ੋਧਨ ਕਰਨ ਵਾਲੀ ਜਾਂ ਜੀਵ ਈਸ਼ ਦੇ ਅਭੇਦ ਗਿਆਨ ਦੀ ਜਾਂ ਵਾਕਾਂ ਦੀ ਕੋਈ ਚਤੁਰਾਈ ਸਿਆਣਪ ਨਹੀਂ ਹੈ, ਰਿਝਾਵਉ ਜਿਸ ਕਰਕੇ ਮੈਂ ਤੈਨੂੰ ਪ੍ਰਸੰਨ ਕਰ ਸਕਾਂ। ਕਹਿ ਮੁਖਹੁ, ਆਪਣੇ ਮੂੰਹ ਬਚਨ ਆ ਕੇ ਭਾਵ ਜੁਗਤੀ ਪ੍ਰਧਾਨ ਹੋ ਕੇ ਸ਼ਾਸਤਰਾਂ ਦੀਆਂ ਜੁਗਤੀਆਂ ਦ੍ਰਿਸ਼ਟਾਂਤ ਪ੍ਰਮਾਣ ਆਦਿ ਦੇ ਕੇ ਆਪ ਜੀ ਨੂੰ ਮੈਂ ਪ੍ਰਸੰਨ ਕਰ ਸਕਾਂ। ਇੰਜ ਦੀ ਕੋਈ ਚਤੁਰਾਈ ਨਹੀਂ ਹੈ। ਨਹਿ ਚਤੁਰ ਸੁਗਰ ਸੁਜਾਨ ਬੇਤੀ, ਇਹ ਪਰਮੇਸ਼ਰ ਨਾ ਮੈਂ ਵਿਹਾਰਾਂ ਵਿੱਚ ਚਤੁਰ ਸਿਆਣੀ ਆ, ਨਾ ਹੀ ਮੈਂ ਗਿਆਨ 'ਚ ਸੁਗੜ ਸ੍ਰੇਸ਼ਟ ਹਾਂ, ਤੇ ਨਾ ਹੀ ਮੈਂ ਪਰਮਾਰਥ ਵਿੱਚ ਚਤੁਰ ਹਾਂ, ਤੇ ਨਾ ਹੀ ਮੇਰੀ ਬਿਰਤੀ
ਪਰ ਮਾਰ ਦੇ ਗਿਆਨ ਦੀ ਜਾਣੂ ਹੈ ਜਾਂ ਨਾ ਹੀ। ਇਹ ਵਾਹਿਗੁਰੂ ਜੀ ਨਹਿ। ਫਿਰ ਪੜ੍ਹਦੇ ਨਹਿ ਚਤੁਰ ਸੁਗਰ ਸੁਜਾਨ ਬੇਤੀ। ਨਾ ਹੀ ਮੈਂ ਤਤ ਬੇਤਾ ਰੂਪ ਹਾਂ, ਨਾ ਹੀ ਵਿਹਾਰਾਂ ਵਿੱਚ ਚਤੁਰ ਹਾਂ, ਨਾ ਹੀ ਸ਼ਾਸਤਰ ਗਿਆਨ 'ਚ ਸੁਗੜ ਹਾਂ, ਨਾ ਹੀ ਪ੍ਰੋਖ ਅਪਰੋਖ ਗਿਆਨ ਦੇ ਵਿੱਚ ਸੁਜਾਨ, ਤੇ ਨਾ ਹੀ ਮੇਰੀ ਬਿਰਤੀ ਅਪਰੋਖ ਗਿਆਨ ਦੀ ਜਾਣੂ ਹੈ। ਇਸੇ ਪ੍ਰਕਾਰ ਨਹਿ ਚਤੁਰ ਸੁਗਰ ਸੁਜਾਨ ਬੇਤੀ। ਮੈਂ ਬਾਣੀ ਕਰਕੇ ਚਤੁਰ ਵੀ ਨਹੀਂ ਹਾਂ, ਕਵਿਤਾ ਆਦਿਕ ਸ੍ਰੇਸ਼ਟ ਘਾੜਤਾ ਨੂੰ ਘੜਨ ਵਾਲੀ ਵੀ ਨਹੀਂ ਹਾਂ, ਬੁੱਧੀ ਕਰਕੇ ਸੁਜਾਨ ਵੀ ਨਹੀਂ ਹਾਂ, ਅਰ ਵੇਦਾਂ ਸ਼ਾਸਤਰਾਂ ਦੀ ਜਾਣੂ ਵੀ ਨਹੀਂ ਹਾਂ। ਮੋਹਿ ਨਿਰਗੁਣ ਗੁਣ ਨਹੀਂ। ਮੈਂ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਤੋਂ ਰਹਿਤ ਹਾਂ, ਤੇ ਮੇਰੇ ਵਿੱਚ ਗਿਆਨ ਆਦਿਕ ਕੋਈ ਵੀ ਗੁਣ ਨਹੀਂ ਹੈ। ਨਾ ਹੈ ਰੂਪ ਧੂਪ ਨਾ ਨੈਣ ਬੰਕੇ। ਮੇਰਾ ਦਿਲ ਦੀ ਸਫਾਈ ਰੂਪ ਸਰੂਪ ਵੀ ਨਹੀਂ ਹੈ, ਨਾ ਹੀ ਮੇਰੇ ਕੋਲ ਜਸ ਰੂਪ ਸੁਗੰਧਿਤ ਪਦਾਰਥ ਹੈ, ਤੇ ਨਾ ਹੀ ਮੇਰੇ ਵਿੱਚੋਂ ਸ੍ਰੇਸ਼ਟ ਗੁਣਾਂ ਵਾਲੀ ਸੁਗੰਧੀ ਆਉਂਦੀ ਹੈ, ਤੇ ਨਾ ਹੀ ਮੇਰੇ ਸੁਰਤੀ ਸਿਮਰਤੀ ਜਾਂ ਵੈਰਾਗ ਵਿਵੇਕ ਰੂਪੀ ਸੁੰਦਰ ਨੇਤਰ ਹਨ। ਜਹ ਭਾਵੈ ਤਹ ਰਾਖ ਤੁਹੀ। ਰਾਖ ਨਹੀਂ, ਰੱਖ ਤੁਹੀਂ। ਇਸ ਲਈ ਹੈ ਪਤੀ ਪਰਮੇਸ਼ਰ, ਜਿਵੇਂ ਤੈਨੂੰ ਪਾਉਂਦਾ ਉਸੇ ਹੀ ਤਰ੍ਹਾਂ ਤੂੰ ਮੇਰੀ ਰੱਖਿਆ ਕਰ। ਜੈ ਜੈ ਜਯੰਪਹਿ ਸਗਲ ਜਾ ਕਉ। ਜਿਸ ਆਪ ਜੀ ਨੂੰ ਸਾਰੇ ਜੀਵ ਜਾਂ ਦੇਵਤੇ ਜਾਂ ਮਨੁੱਖ ਜਾਂ ਦੈਂਤ ਆਦਿਕ ਸਾਰੇ ਆਪੋ ਆਪਣੇ ਪ੍ਰਯੋਜਨ ਲਈ ਜੈ ਜੈਕਾਰ ਕਰਦੇ ਜੈ ਅੰਪੈ ਉਚਾਰਦੇ ਹਨ। ਭਾਵ ਮਾਤ ਲੋਕ ਦੇ ਸਾਰੇ ਜੀਵ ਵੀ ਜੈ ਜੈਕਾਰ ਕਰਕੇ ਉਚਾਰਦੇ ਨੇ, ਸਾਰੇ ਸਵਰਗ ਦੇ ਦੇਵਤੇ ਵੀ ਜੈ ਜੈਕਾਰ ਕਰਕੇ ਉਚਾਰਦੇ ਨੇ, ਬ੍ਰਹਮ ਲੋਕ ਦੇ ਜੀਵ ਵੀ ਸਾਰੇ ਜੈ ਜੈਕਾਰ ਕਰਕੇ ਉਚਾਰਦੇ ਨੇ। ਆਰਤੀ ਆਪਾਂ ਭਲਾ ਕਿਉਂ ਕਰਦੇ ਹਾਂ? ਧੰਨਾ ਗੋਪਾਲ ਤੇਰਾ ਯਾਰਤਾ, ਜੋ ਜਨ ਤੁਮਰੀ ਭਗਤ ਕਰਨ ਦੇ ਤਿਨਕੇ ਕਾਜ ਸਵਾਰਤਾ। ਵੀ ਮਹਾਰਾਜ ਸਾਡੇ ਕੰਮ ਸਵਾਰਦੇ, ਤਾਂ ਆਰਤੀ ਕਰਦੇ ਆ। ਰਹਾਉ ਦਾਲ ਸੀਧਾ ਮੰਗੋ ਕੀਓ। ਸਾਨੂੰ ਮਹਾਰਾਜ ਦਾਲ ਰੋਟੀ ਪ੍ਰਸ਼ਾਦ ਦੇਵੇ, ਘਿਓ ਦੇਵੇ, ਤਾਂ ਆਰਤੀ ਕਰਦੇ ਆ। ਹਮਰਾ ਖੁਸ਼ੀ ਕਰੇ ਨਿਤ ਜੀਓ, ਜਿਸ ਨਾਲ ਸਾਡਾ ਮਨ ਪ੍ਰਸੰਨ ਹੋਵੇ। ਨਮਸਕਾਰ ਕਰਦੇ ਆ, ਪੂਜਾ ਕਰਦੇ ਆ, ਕਾਹਦੇ ਲਈ? ਆਪਦੇ ਮਤਲਬ ਲਈ। ਕੋਈ ਕਹਿੰਦਾ ਮੈਂ ਬਾਹਰ ਚਲਿਆ ਜਾਵਾਂ, ਕੋਈ ਕਹਿੰਦਾ ਮੇਰਾ ਮੁੰਡਾ ਵਿਆਹਿਆ ਜਾਏ, ਕੋਈ ਕਹਿੰਦਾ ਮੈਂ ਪਾਸ ਹੋ ਜਾਵਾਂ, ਮੇਰੇ ਨੰਬਰ ਬਹੁਤੇ ਆਉਣ। ਸਾਰੀ ਅਰਦਾਸਾਂ ਕਰਦੀਆਂ ਆਪਾਂ। ਕੋਈ ਵੀ ਭਾਵੇਂ ਸੰਤ ਸਾਧੂ ਵੀ ਹੈ, ਉਹ ਵੀ ਮਹਾਰਾਜ ਕੋਲੋਂ ਸ਼ਰਧਾ ਪਿਆਰ ਗਿਆਨ ਦੀ ਦਾਤ ਮੰਗਦੇ ਨੇ। ਕੋਈ ਨਾ ਕੋਈ ਕੁਛ ਮੰਗਦਾ। ਤੁਧ ਨੂੰ ਸੇਵੈ। ਇਹ ਵਾਹਿਗੁਰੂ ਜਿਹੜੇ ਤੈਨੂੰ ਸੇਵਦੇ ਨੇ, ਤੇਰੀ ਸੇਵਾ ਕਰਦੇ ਨੇ। ਤੁਝ ਕਿਆ ਦੇਵੈ ਹੈ, ਤੈਨੂੰ ਕੀ ਦੇ ਦਿੰਦੇ ਹਨ? ਕੁਝ ਵੀ ਨਹੀਂ ਦਿੰਦੇ। ਮੰਗ ਹੈ ਸਗਵਾਂ ਕੀ ਮੰਗ ਲੈਂਦੇ ਨੇ, ਲੇਵੈ ਹੈ ਤੇ ਲੈ ਵੀ ਲੈਂਦੇ ਨੇ। ਜਿਹੜਾ ਮੰਗਦਾ ਹੈ ਉਹਨੂੰ ਮਹਾਰਾਜ ਬਖਸ਼ ਵੀ ਕਰ ਦਿੰਦਾ। ਆਪ ਨਾ ਦੇਵੋ ਤਾਂ ਲੇਵੋ ਮੰਗੇ। ਮਹਾਰਾਜ ਕਹਿੰਦੇ ਜੇ ਰੱਬ ਨਹੀਂ ਤੁਹਾਨੂੰ ਦਿੰਦਾ ਤੇ ਤੁਸੀਂ ਆ ਕੇ ਮੰਗ ਲਓ। ਭਾਈ ਇਹ ਚ ਕਾਹਦਾ ਲਾਮਾ ਹੈ? ਗਵਾਂਢੀਆਂ ਕੋਲੋਂ ਮੰਗਣ ਦਾ ਲਾਮਾ ਹੈ। ਦੁਨੀਆ ਕੋਲੋਂ ਮੰਗਾਂਗੇ, ਜੋ ਮੰਗ ਹੈ ਸੋ ਭੁੱਖਾ ਰਹੇ, ਉਹ ਭੁੱਖਾ ਰਹੂਗਾ। ਮੰਗਣ ਵਾਲੇ ਨੂੰ ਕੋਈ ਚੰਗਾ ਨਹੀਂ ਸਮਝਦਾ। ਪਰ ਰੱਬ ਦੇ ਦਰਬਾਰ 'ਚ ਗੁਰੂ ਜੀ ਦੇ ਚਰਨਾਂ ਵਿੱਚੋਂ ਜੋ ਮਰਜ਼ੀ ਮੰਗੀ ਜਾਓ, ਇੱਥੇ ਕੋਈ ਲਾਮਾ ਨਹੀਂ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਤੋਟ ਨਾ ਆਵੀ, ਗੰਧ ਭਰੇ ਭੰਡਾਰ। ਦੀਦਾ ਦੇ ਲੈਂਦੇ ਥੱਕ ਪਾਹੇ। ਉਹ ਦੇਣ ਵਾਲਾ ਦਈ ਹੀ ਦਈ ਜਾਂਦਾ, ਲੈਣ ਵਾਲਾ ਥੱਕ ਕੇ ਚੜ੍ਹਾਈ ਕਰਕੇ ਤੁਰ ਜਾਂਦਾ ਹੈ। ਇਸ ਲਈ ਆਪ ਨਾ ਦੇਵੋ ਤਾਂ ਲੇਵੋ ਮੰਗੇ। ਸੋ ਜੋ ਵੀ ਮਹਾਰਾਜ ਦੇ ਕੋਲੋਂ ਆਪਾਂ ਮੰਗਦੇ, ਮਹਾਰਾਜ ਦਿੰਦਾ। ਤੁਧ ਨੂੰ ਸੇਵੈ ਤੁਝ ਕਿਆ ਦੇਵੈ, ਮੰਗੈ ਲੇਵੈ ਰਹੇ। ਨਹੀਂ ਮੰਗ ਕੇ ਸਭ ਕੁਛ ਪ੍ਰਾਪਤ ਕਰ ਲੈਂਦੇ ਹਨ। ਇੰਝ ਇਹ ਵਾਹਿਗੁਰੂ ਜੀ। ਸੋ ਜਿਹੜੇ ਵੀ ਆਪ ਦੀ ਜੈ ਜੈਕਾਰ ਉਚਾਰਦੇ ਨੇ, ਉਹ ਆਪ ਦੇ ਮਤਲਬ ਵਾਸਤੇ ਉਚਾਰਦੇ ਨੇ। ਕੋਈ ਅਖੰਡ ਪਾਠ ਸਾਹਿਬ ਕਰਾ ਰਿਹਾ,
ਕੋਈ ਸਹਿਜ ਪਾਠ ਕਰਾ ਰਿਹਾ ਹੈ, ਕੋਈ ਆਰਤੀ ਕਰ ਰਿਹਾ ਹੈ, ਕੋਈ ਪਾਠ ਪੂਜਾ ਕਰ ਰਿਹਾ ਹੈ, ਕੋਈ ਅਰਦਾਸ ਕਰ ਰਿਹਾ ਹੈ। ਇਹ ਸਭ ਜੈ ਜੈਕਾਰ ਅਸੀਂ ਆਪ ਦੇ ਮਤਲਬ ਵਾਸਤੇ, ਆਪ ਦੀ ਡਿਮਾਂਡ ਵਾਸਤੇ ਕਰਦੇ ਹਾਂ। ਇਹ ਵਾਹਿਗੁਰੂ, हे ਕਿਰਪਾ ਦੇ ਪਤੀ ਪ੍ਰਭੂ ਪਰਮੇਸ਼ਰ, ਕਰੁਣਾ ਪਤ ਗਾਤ ਕੀਨੇ ਲਖਹੁ। ਕਿਰਪਾ ਆਦਿ ਗੁਣਾਂ ਦੇ ਪਤੀ ਪਰਮੇਸ਼ਰ, ਆਪ ਜੀ ਮੇਰੀ ਵੀ ਕਲਿਆਣ ਕਿਉਂ ਨਹੀਂ ਜਾਣਦੇ ਹੋ, ਕਿਉਂ ਨਹੀਂ ਲਿਖਦੇ ਹੋ? ਮੈਂ ਆਪੋਂ ਹੀ ਆਪਣੀ ਕਲਿਆਣ ਕਰਨੀ ਕਿੰਜ ਲੱਖ ਜਾਣ ਸਕਦੀ ਹਾਂ, ਭਾਵ ਨਹੀਂ ਜਾਣ ਸਕਦੀ। ਜਾਂ ਤੇਰੇ ਸਮਗਰ ਗੁਣਾਂ ਦੀ ਗਤੀ ਕਿੰਨੇ ਜਾਣੀ ਹੈ, ਭਾਵ ਕੋਈ ਵੀ ਨਹੀਂ ਜਾਣ ਸਕਦਾ। ਤੇ ਮਹਾਰਾਜ ਸਾਰੀ ਦੁਨੀਆ ਤੇਥੋਂ ਮੰਗਦੀ ਹੈ, ਤੇਰੀ ਜੈ ਜੈਕਾਰ ਕਰਦੀ ਹੈ, ਤੇ ਤੂੰ ਸਾਰਿਆਂ ਨੂੰ ਦਿੰਦਾ, ਤੇ ਤੂੰ ਮੇਰਾ ਖਿਆਲ ਕਿਉਂ ਨਹੀਂ ਕਰ ਰਿਹਾ? ਤੇ ਮੈਨੂੰ ਵੀ ਮਹਾਰਾਜ ਨਿਹਾਲ ਕਰ ਦੇ। ਹਉ ਹਰ ਜਪਈ ਨਿਹਾਲ ਨਿਹਾਲ ਨਿਹਾਲ। ਨਾਨਕ ਪਇੰਪੈ ਸੇਵ ਸੇਵਕ। ਸਤਿਗੁਰੂ ਮਹਾਰਾਜ ਬੇਨਤੀ ਪੂਰਵਕ ਪਇੰਪੈ ਕਥਨ ਕਰਦੇ ਨੇ ਕਿ ਹੇ ਪਤੀ ਪਰਮੇਸ਼ਰ, ਮੈਂ ਆਪ ਜੀ ਦੇ ਦਰ ਦੇ ਜਿਹੜੇ ਸੇਵਕ ਨੇ, ਦਾਸ ਨੇ, ਉਹਨਾਂ ਦਾਸਾਂ ਦੀ ਟਹਿਲ ਕਰਨ ਵਾਲੀ ਹਾਂ। ਜਿਉ ਜਾਣਹੁ ਤਿਉ ਮੋਹਿ ਰਖਹੁ। ਜਿਵੇਂ ਆਪ ਜੀ ਮੈਨੂੰ ਜਾਣਦੇ ਹੋ, ਤਿਵੇਂ ਆਪ ਜੀ ਕਿਰਪਾ ਕਰਕੇ ਮੈਨੂੰ ਰੱਖ ਲੈਣਾ ਕਰੋ ਜੀ। ਰੱਖੋ ਰੱਖੋ ਕਿਰਪਾ ਧਾਰ, ਤੇਰੀ ਸਰਨ ਤੇਰਾ ਦਰਬਾਰ। ਅੱਗੇ ਸਤਿਗੁਰੂ ਜੀ ਪ੍ਰੇਮ ਦੀ ਗਾਥਾ ਕਥਨ ਕਰਦੇ ਨੇ। ਮੋਹਿ ਮਛਲੀ ਤੁਮ ਨੀਰ। ਇਹ ਪਤੀ ਪਰਮੇਸ਼ਰ, ਮੈਂ ਜਗਿਆਸੂ ਰੂਪ ਸਖੀ ਇਸਤਰੀ ਮੱਛੀ ਦੀ ਤਰ੍ਹਾਂ ਹੈ, ਤੇ ਤੂੰ ਜਲ ਰੂਪ ਹੈ। ਤੁਝ ਬਿਨ ਕਿਉ ਸਰੈ। ਤੈਥੋਂ ਬਿਨਾ ਮੇਰਾ ਕਿਵੇਂ ਸਰ ਸਕਦਾ, ਭਾਵ ਗੁਜ਼ਾਰਾ ਨਹੀਂ ਹੋ ਸਕਦਾ, ਅਰਥਾਤ ਨਹੀਂ ਹੋ ਸਕਦਾ ਹੈ। ਮੋਹਿ ਚਾਤ੍ਰਿਕ ਤੁਮ ਬੂੰਦ। ਇਹ ਪਤੀ ਪਰਮੇਸ਼ਰ, ਮੈਂ ਬੰਬੀਹੇ ਦੀ ਤਰ੍ਹਾਂ ਹਾਂ, ਤੇ ਤੁਸੀਂ ਸਵਾਂਤੀ ਬੂੰਦ ਦੀ ਤਰ੍ਹਾਂ ਹੋ। ਤ੍ਰਿਪਤਾਉ ਮੁਖ ਪਰੈ। ਜੇਕਰ ਮੇਰੇ ਅੰਤःਕਰਨ ਰੂਪੀ ਮੂੰਹ ਦੇ ਵਿੱਚ ਗੁਰੂ ਉਪਦੇਸ਼ ਰੂਪੀ ਬਦਲ ਰਾਹੀਂ ਤੇਰੀ ਨਾਮ ਰੂਪ ਜਾਂ ਤੇਰੀ ਪ੍ਰਾਪਤੀ ਰੂਪ ਸਵਾਂਦੀ ਬੂੰਦ ਪੈ ਜਾਏ, ਤਾਂ ਹੀ ਮੈਂ ਤ੍ਰਿਪਤ ਹੁੰਦੀ ਹਾਂ। ਸੋ ਜਿਉ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ। ਬੂੰਦ ਵਿਹੂਣਾ ਚਾਤ੍ਰਿਕੋ, ਕਿਉਂ ਕਰ ਤ੍ਰਿਪਤਾਵੈ। ਨਾਦ ਕੁਰੰਕੈ ਭੇਦਿਆ, ਸਨਮੁਖ ਉਠ ਧਾਵੈ। ਭਵਰ ਲੋਭੀ ਕੋ ਸੰਭਾਸ ਕਾ, ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸੀ ਅਘਾਵੈ। ਮੁਖ ਪਰੈ ਹਰੈ ਪਿਆਸ ਮੇਰੀ। ਸੋ ਹੇ ਵਾਹਿਗੁਰੂ ਜੀ, ਜੀਅ ਹੀਆ ਪ੍ਰਾਨ ਪਤੇ। ਸਾਰੇ ਜੀਆਂ ਦੇ ਹਿਰਦਿਆਂ ਦੇ ਅੰਦਰ ਵਸਣ ਵਾਲੇ ਤੇ ਪ੍ਰਾਣਾਂ ਦੇ ਪਤੀ ਪਰਮੇਸ਼ਰ, ਜੇਕਰ ਮੇਰੇ ਅੰਤःਕਰਨ ਰੂਪੀ ਮੂੰਹ ਦੇ ਵਿੱਚ ਤੇਰੀ ਪ੍ਰਾਪਤੀ ਵਾਲੀ ਨਾਮ ਰੂਪੀ ਦਰਸ਼ਨ ਰੂਪੀ ਸਵੰਤੀ ਬੂੰਦ ਪੈ ਜਾਏ, ਤਾਂ ਹੀ ਮੇਰੀ ਵਿਛੋੜੇ ਰੂਪ ਜਿਹੜੀ ਪਿਆਸ ਤਰੀ ਹੈ ਉਹ ਮਿਟ ਸਕਦੀ ਹੈ। ਲਾਡਲੀ ਲਾਡ ਲੜਾਈ ਸਭ ਮਹਿ। ਇਹ ਪਿਆਰੇ ਪਰਮੇਸ਼ਰ, ਤੂੰ ਜੀਵਾਂ ਨੂੰ ਸਾਰੇ ਖੇਲਾਂ ਦੇ ਵਿੱਚ ਆਪ ਲਡਾਉਂਦਾ, ਭਾਵ ਸਭਨਾਂ ਨੂੰ ਖਾਣ ਪਹਿਰਨ ਨੂੰ ਦਿੰਦਾ ਹੈ। ਇਸੇ ਪ੍ਰਕਾਰ ਲਾਡਲੀ ਲਾਡ ਲੜਾਈ ਸਭ ਮਹਿ। ਇਹ ਪਰਮੇਸ਼ਰ, ਤੂੰ ਆਪਣੇ ਪਿਆਰੇ ਭਗਤਾਂ ਨੂੰ ਆਨੰਦ ਵਿੱਚ ਲਡਾਉਣ ਵਾਲਾ ਤੇ ਸਾਰਿਆਂ ਵਿੱਚ ਵਿਆਪਕ ਹੈ। ਮਿਲ ਹਮਾਰੀ ਹੋਏਗਾ ਤੇ। ਇਹ ਪਤੀ ਪਰਮੇਸ਼ਰ, ਮੈਨੂੰ ਵੀ ਮਿਲ ਪ੍ਰਾਪਤ ਹੋ, ਜਿਸ ਕਰਕੇ ਮੇਰੀ ਗਤੀ ਕਲਿਆਣ ਹੋ ਜਾਏ, ਪਾ ਮੈਨੂੰ ਵੀ ਤੇਰੀ ਪ੍ਰਾਪਤੀ ਹੋ ਜਾਵੇ। ਚੀਤ ਚਿਤ ਬਾਉ ਮਿਟਾਂ ਧਾਰੇ। ਇਹ ਪਰਮੇਸ਼ਰ, ਮੈਂ ਅਗਿਆਨ ਰੂਪ ਹਨੇਰੇ ਨੂੰ ਮੇਟਣ ਨਿਵਰਤ ਕਰਨ ਲਈ ਹਰ ਵਕਤ ਹਿਰਦੇ ਵਿੱਚ ਇਉਂ ਯਾਦ ਕਰਦੀ ਰਹਿੰਦੀ ਆ। ਜਿਉ ਆਸ ਚੱਕਵੀ ਦਿਨ ਚਰੈ। ਜਿਵੇਂ ਚੱਕਵੀ ਨੂੰ ਦਿਨ ਚੜ੍ਹਨ ਦੀ ਆਸ ਲੱਗੀ ਰਹਿੰਦੀ ਹੈ, ਇੰਜ ਮੈਨੂੰ ਜਗਿਆਸੂ ਰੂਪ ਚੱਕਵੀ ਨੂੰ ਬ੍ਰਹਮ ਰੂਪ ਚੱਕਵੇ ਦੇ ਮਿਲਾਪ ਲਈ ਗੁਰੂ ਰੂਪੀ ਸੂਰਜ ਦੁਆਰਾ ਗਿਆਨ ਰੂਪੀ ਦਿਨ ਦੇ ਚੜ੍ਹਨ ਦੀ ਉਮੀਦ ਲੱਗੀ ਰਹਿੰਦੀ ਹੈ। ਨਾਨਕ ਪਇੰਪੈ ਪ੍ਰਿਯ ਸੰਗ ਮੇਲੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਮੇਰੇ ਆਪਣੇ ਪਤੀ ਪਰਮੇਸ਼ਰ ਜੀ, ਜੋ ਪਿਆਰੇ ਸਤਿਗੁਰਾਂ ਨੇ
ਤੇਰੇ ਨਾਲ ਮਿਲਣਾ ਕੀਤੀ ਹੈ। ਮਛਲੀ ਨੀਰ ਨਾ ਵਿਸਰੈ, ਉਸ ਨੂੰ ਤੂੰ ਇਉਂ ਨਹੀਂ ਵਿਸਰਦਾ ਜਿਵੇਂ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਹੈ। ਧਨ ਧਨ ਹਮਾਰੇ ਭਾਗ, ਉੱਤਮ ਸਖੀ ਮੱਧਮ ਸਖੀ ਨੂੰ ਕਹਿੰਦੀ ਹੈ, ਇਹ ਸਖੀ ਹੁਣ ਮੇਰੇ ਜਿਹੜੇ ਕਰਮ ਨੇ ਧਨਤਾ ਦੇ ਯੋਗ ਹਨ, ਘਰ ਆਇਆ ਫਿਰ ਮੇਰਾ। ਕਿਉਂਕਿ ਮੇਰੇ ਹਿਰਦੇ ਰੂਪੀ ਘਰ 'ਚ ਮੇਰਾ ਪਤੀ ਪਰਮੇਸ਼ਰ ਜੋ ਆ ਗਿਆ, ਭਾਵ ਸਾਖਿਆਤਕਾਰ ਹੋ ਆਇਆ, ਜਾਂ ਇਸੇ ਪ੍ਰਕਾਰ ਘਰ ਹੈ। ਘਰ ਆਇਆ ਫਿਰ ਮੇਰਾ, ਇਹ ਸਖੀ ਜਦ ਮੇਰਾ ਪਤੀ ਪਰਮੇਸ਼ਰ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਸਾਖਸ਼ਾਤ ਹੋ ਗਿਆ, ਤਦ ਧਨ ਧਨ ਹਮਾਰੇ ਭਾਗ, ਤਦ ਮੇਰੇ ਕਰਮ ਧਨਤਾ ਦੇ ਯੋਗ ਹੋ ਗਏ। ਸੋਹੀ ਬੰਕ ਦੁਆਰ, ਇਹ ਸਖੀ ਪਤੀ ਪਰਮੇਸ਼ਰ ਦੇ ਸਾਖਿਆਤਕਾਰ ਹੋਣ ਕਰਕੇ ਪ੍ਰਤੱਖ ਜਿਹੜੇ ਬੰਕ ਸੁੰਦਰ ਦਰਵਾਜ਼ੇ ਉਹ ਸ਼ੋਭਨੀਕ ਹੋ ਗਏ ਹਨ। ਸਗਲਾ ਬਨ ਹਰਾ, ਔਰ ਸਾਰਾ ਬਾਗ ਵੀ ਹਰਿਆਵਲਤਾ ਦੇ ਸਹਿਤ ਹੋ ਗਿਆ ਹੈ। ਇਸੇ ਪ੍ਰਕਾਰ ਜਿਵੇਂ ਰਾਜੇ ਸ਼ਿਵਨਾਭ ਦਾ ਕਈ ਸਾਲਾਂ ਦਾ ਸੁੱਕਾ ਬਾਗ ਜਦ ਸਤਿਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ, ਉਹ ਹਰਿਆ ਭਰਿਆ ਹੋ ਗਿਆ। ਫਿਰ ਸੇਵਕਾਂ ਨੇ ਜਾ ਕੇ ਉਹਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਾਪਦੇ ਨੇ, ਤੂੰ ਜਾ ਕੇ ਦਰਸ਼ਨ ਕਰ। ਤੋ ਇੰਜ ਸੋਹੀ ਬੰਕ ਦੁਆਰ, ਮੇਰੇ ਇੰਦਰੀ ਰੂਪ ਦਰਵਾਜ਼ੇ ਸਾਧਨਾ ਦੇ ਸੰਗਮ ਭਾਵ ਸਹਿਤ ਸ਼ੋਭਨੀਕ ਹੋ ਗਏ ਹਨ, ਜਾਂ ਸਾਧਨਾ ਰੂਪ ਸੁੰਦਰ ਦਰਵਾਜ਼ੇ ਸ਼ੋਭਨੀਕ ਹੋ ਗਏ ਹਨ। ਸਗਲਾ ਬਨ ਹਰਾ, ਭਾਵ ਵੈਰਾਗ ਵਿਵੇਕ ਆਦਿਕ ਸਾਧਨ ਸਫਲੇ ਹੋ ਗਏ, ਤੇ ਸਾਰਾ ਸ਼ੁਭ ਗੁਣਾ ਰੂਪੀ ਬਗੀਚਾ ਵੀ ਅੰਤਕਰਨ ਰੂਪ ਧਰਤੀ ਅੰਦਰ ਹਰਾ ਭਰਾ ਹੋ ਗਿਆ ਹੈ। ਹਰ ਹਰਾ ਸੁਆਮੀ ਸੁਖ ਹੈ ਗਾਮੀ, हे ਸਖੀ ਜੋ ਸਵਾਮੀ ਮਾਲਕ ਪਰਮੇਸ਼ਰ ਹਰਿਆ ਤੋਂ ਵੀ ਹਰਿਆਵਲਤਾ ਵਾਲਾ ਭਾਵ ਸਦਾ ਸੁਰਜੀਤ ਰੂਪ ਹੈ। ਇਸੇ ਪ੍ਰਕਾਰ ਹਰ ਹਰਾ ਸੁਆਮੀ ਸੁਖ ਹੈ ਗਾਮੀ, ਜਿਸ ਮਾਲਕ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਹੀ ਇਹ ਸਾਰਾ ਸੰਸਾਰ ਹਰਾ ਭਰਾ ਹੋ ਰਿਹਾ ਹੈ, ਉਹਦੀ ਕਿਰਪਾ ਕਰਕੇ ਹੀ ਮੇਰੀ ਉਸ ਦੇ ਸੁਖ ਸਰੂਪ ਦੇ ਵਿੱਚ ਗਮਤਾ ਹੋਈ ਹੈ। ਆਨੰਦ ਮੰਗਲ ਰਸ ਕਣਾ, ਔਰ ਮੈਂ ਉਸ ਸੁਖ ਸਰੂਪ ਨੂੰ ਪਾ ਕੇ ਸਦਾ ਹੀ ਉਸ ਦਾ ਮੰਗਲ ਜਸ ਗਾਉਂਦੀ ਹਾਂ, ਜਿਸ ਕਰਕੇ ਮੈਨੂੰ ਘਣਾ ਇਹ ਹਰਿਆਣਵੀ ਬੋਲੀ ਹੈ ਬਹੁਤਾ ਹੀ ਆਨੰਦ ਪ੍ਰਾਪਤ ਹੋਇਆ ਹੈ। ਇਸੇ ਪ੍ਰਕਾਰ ਆਨੰਦ ਮੰਗਲ ਹਰ ਹਰਾ ਸੁਆਮੀ ਸੁਖ ਹੈ ਗਾਮੀ, ਇਹ ਸਖੀ ਸੁਆਮੀ ਮਾਲਕ ਪਰਮੇਸ਼ਰ ਹਰ ਹਰੇਕ ਨੂੰ ਆਪਣੀ ਚੇਤਨ ਸੱਤਾ ਰੂਪ ਹਰਿਆਵਲਤਾ ਦੇ ਸਹਿਤ ਹਰਾ ਭਰਾ ਕਰਨ ਵਾਲਾ ਤੇ ਸੁੱਖਾਂ ਵਿੱਚ ਗਮਨ ਕਰਾਉਣ ਵਾਲਾ ਹੈ, ਜਾਂ ਜਿਸ ਦਾ ਆਪਣਾ ਸੁੱਖਾਂ ਵਿੱਚ ਗਮਨ ਹੈ ਉਸ ਮੰਗਲ ਰੂਪ ਦਾ ਆਨੰਦ ਮੰਗਲ ਰਸ ਕਣਾ, ਉਸ ਮੰਗਲ ਰੂਪ ਦਾ ਕਣਾ ਬਹੁਤਾ ਹੀ ਆਨੰਦ ਭਾਵ ਬ੍ਰਹਮਾਨੰਦ ਪ੍ਰੇਮ ਕਰਨ ਨਾਲ ਪ੍ਰਾਪਤ ਹੋਇਆ, ਬਹੁਤਾ ਆਨੰਦ ਹੀ ਆਨੰਦ ਪ੍ਰਾਪਤ ਹੋਇਆ ਹੈ। ਨਵਲ ਨਵਤਨ ਨਾਹ ਬਾਲਾ, ਇਹ ਸਖੀ ਮੇਰਾ ਪਤੀ ਪਰਮੇਸ਼ਰ ਨਵੀਨ ਤੋਂ ਨਵੀਨ ਸਰੂਪ ਹੈ, ਜਾਂ ਸੁੰਦਰ ਤੇ ਨਵੀਨ ਸਰੂਪ ਹੈ, ਤੇ ਸਦਾ ਹੀ ਜਵਾਨ ਬਾਲਾਨ ਬਾਲ ਤੇ ਸਭਨਾਂ ਦਾ ਪਤੀ ਪਸਵਾਮੀ ਪਰਮੇਸ਼ਰ ਹੈ, ਜਿਸ ਵਿੱਚ ਨਾ ਬਲ ਕੋਈ ਵਲ ਛਲ ਫਰੇਬ ਨਹੀਂ ਹੈ, ਨਵ ਤਨ ਨਵੀਨ ਤੇ ਸੁੰਦਰ ਸਰੀਰ ਵਾਲਾ ਭਾਵ ਸੱਚਿਤ ਆਨੰਦ ਸਰੂਪ ਵਾਲਾ ਹੈ, ਅਤੇ ਨਾ ਉਹ ਬਾਲਾ ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਤਿਸ ਦੋਖ ਨਹੀਂ ਜਮ ਜਾਲਾ, ਉਹ ਬਾਲਕ ਅਵਸਥਾ ਵਾਲਾ ਵੀ ਨਹੀਂ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਇਹ ਨਹੀਂ ਵੀ 5.5 ਸਾਲ ਦੀ ਉਮਰ ਦੇ ਉਹ ਬਾਲਕ ਸੀਗੇ। ਗੁਰੂ ਘਰ ਦੇ ਵਿੱਚ ਗੁਰੂ ਪ੍ਰਤੀ ਕੋਈ ਉਮਰ ਦਾ ਤਕਾਜ਼ਾ ਨਹੀਂ। ਜੋ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਕਿਹਨੂੰ ਕਹਿੰਦੇ ਨੇ? ਜੋ ਪਿਓ ਦਾ ਪਿਓ ਹੋਵੇ, ਭਾਵੇਂ ਉਹਨਾਂ ਦੀ ਉਮਰ 7 ਜਾਂ 9 ਸਾਲ ਦੀ ਸੀਗੀ, ਪਰ ਉਹ ਸਾਡੇ ਪਿਓ ਦੇ ਪਿਓ ਨੇ, ਸਾਡੇ ਦਾਦਾ ਜੀ ਹਨ, ਭਾਵੇਂ ਛੋਟੀ ਉਮਰ ਦੇ ਹੀ ਨੇ ਪਰ ਫਿਰ ਵੀ ਉਹ ਸਾਡੇ ਦਾਦੇ ਨੇ। ਬਾਬਾ ਅਸੀਂ ਦਾਦੇ ਨੂੰ ਕਹਿੰਦੇ ਆ, ਮਾਝੇ ਦੀ ਬੋਲੀ ਹੈ।
ਜਾਂ ਬਾਬਾ ਇੱਕ ਰਿਸਪੈਕਟੇਬਲ ਵਰਡ ਹੈ, ਸਤਿਕਾਰਯੋਗ, ਜਿਹੜਾ ਚਿੱਟੀ ਦਾੜੀ ਵਾਲਾ ਬਜ਼ੁਰਗ ਹੋਏ, ਬਾਬਾ ਬੁੱਢਾ ਸਾਹਿਬ ਜੀ। ਤੋ ਗੁਰੂ ਮਹਾਰਾਜ ਦੇ ਚਰਨਾਂ 'ਚ ਆ ਕੇ ਉਹਨਾਂ ਨੂੰ ਗੁਰੂ ਘਰ ਵੱਲੋਂ ਸਤਿਕਾਰ ਮਿਲਿਆ। ਇਉਂ ਭਾਵੇਂ ਉਹ ਛੋਟੀ ਉਮਰ ਦੇ ਨੇ ਪਰ ਉਹ ਬੱਚੇ ਨਹੀਂ ਹਨ। ਕਈਆਂ ਨੇ ਪ੍ਰਚਾਰ ਕੀਤਾ ਕਿ ਜੀ ਉਹ ਜਿਸ ਤਰ੍ਹਾਂ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਕਹਿੰਦੇ ਚਿਲਡਰਨ ਡੇ ਮਨਾਉਂਦੇ, ਆਖੇ ਸਾਹਿਬਜ਼ਾਦਿਆਂ ਚਿਲਡਰਨ ਡੇ। ਉਹ ਚਿਲਡਰਨ ਬੱਚੇ ਥੋੜ੍ਹੋ ਨੇ, ਚਿਲਡਰਨ ਡੇ ਨਹੀਂ, ਬਾਬਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ, ਉਹਨਾਂ ਦਾ ਅਵਤਾਰ ਦਿਹਾੜਾ ਮਨਾਇਆ ਜਾਂਦਾ। ਉਹ ਸਾਡੇ ਬਾਬੇ ਨੇ, ਦਾਦੇ ਹਨ। ਤੋ ਇਉਂ ਜਿਹੜਾ ਪਰਮੇਸ਼ਰ ਹੈ, ਜਿਹੜਾ ਗੁਰੂ ਸਾਹਿਬ ਹੈ, ਉਹ ਸਾਧ ਸੰਗਤ ਜੀ, ਉਹ ਕੋਈ ਨਾ ਬੱਚਾ ਹੈ ਨਾ ਕੋਈ ਬਜ਼ੁਰਗ ਹੈ। ਗੁਰੂ ਕੇ ਸਾਹਿਬਜ਼ਾਦੇ ਸੋ ਇੱਕ ਰਸ ਉਮਰ ਵਾਲੇ ਨੇ। ਗੁਰੂ ਗੋਬਿੰਦ ਸਿੰਘ ਜੀ 8.5 ਸਾਲ ਦੀ ਉਮਰ 'ਚ ਗੁਰਤਾ ਗੱਦੀ ਦੇ ਮਾਲਕ ਬਣੇ, ਪਰ ਉਹਨਾਂ ਨੇ ਇਹੋ ਜਿਹੀ ਵਿਚਾਰ ਦਿੱਤੀ ਜੋ ਸਾਰੇ ਹਿੰਦੁਸਤਾਨ ਨੂੰ ਬਚਾ ਗਈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਵਾਸਤੇ ਕਲਗੀਧਰ ਜੀ ਨੇ ਬੇਨਤੀ ਕੀਤੀ ਤੇ ਮਹਾਰਾਜ ਕਹਿੰਦੇ ਚੰਗਾ ਭਾਈ ਤੁਸੀਂ ਆਪਦੀਆਂ ਸੰਗਤਾਂ ਸੰਭੋ, ਇਉਂ ਮਹਾਰਾਜ ਬੱਚਾ ਨਹੀਂ ਹੈ। ਕਵਨ ਰਸਨਾ ਗੁਣ ਪਨਾ। ਬਾਬਾ ਮਹਾ ਸਿੰਘ ਜੀ ਮਟੌਰ ਪਿੰਡ ਦੇ ਹੁੰਦੇ ਸੀ, ਮੈਂ ਪਹਿਲਾਂ ਵੀ ਕਈ ਬਚਨ ਸੁਣਾਇਆ। ਉਹਨਾਂ ਦਾ ਪਿੰਡ ਦਾ ਨਾਮ ਹੈ ਨਰੰਗ ਸਿੰਘ ਤੇ ਸੰਤ ਜਰਨੈਲ ਸਿੰਘ ਦੇ ਨਾਲ ਉਹ ਬਾਣੀ ਪੜ੍ਹਦੇ ਰਹੇ। ਜਪਜੀ ਸਾਹਿਬ ਭਗਤ ਬਾਣੀ ਦਾ ਨਿਤਨੇਮ ਸੀ। ਮੈਂ ਉਹਨਾਂ ਤੋਂ ਬਚਨ ਸੁਣਿਆ, ਕਹਿੰਦੇ ਜਿਹੜਾ ਅੰਮ੍ਰਿਤਧਾਰੀ ਸਿੰਘ ਹੋਵੇ ਉਹਨੂੰ ਕਦੀ ਵੀ ਨਹੀਂ ਕਹਿਣਾ ਚਾਹੀਦਾ ਉਹ ਕਾਕਾ ਉਰਾਂ, ਬੱਚਾ, ਬੇਟਾ, ਇਹੋ ਜਿਹੇ ਵਰਡ ਭਾਵੇਂ ਛੋਟੀ ਉਮਰ ਦਾ ਵੀ ਹੋਵੇ ਅੰਮ੍ਰਿਤਧਾਰੀ, ਉਹ ਮਹਾਰਾਜ ਦਾ ਸਿੰਘ ਹੈ। ਸਿੰਘ ਨਾਮ ਦੇ ਨਾਲ ਆਓ ਭਾਈ ਰਾਏ ਸਿੰਘ ਜੀ, ਆਓ ਭਾਈ ਰਾਜ ਸਿੰਘ ਜੀ, ਇਉਂ ਸਿੰਘ ਨਾਮ ਦੇ ਨਾਲ ਬੁਲਾਉਣਾ ਚਾਹੀਦਾ, ਕਿਉਂਕਿ ਕਲਗੀਧਰ ਦਾ ਅੰਮ੍ਰਿਤ ਛਕ ਕੇ ਖਾਲਸਾ ਮੇਰੋ ਰੂਪ ਹੈ ਖਾਸ। ਜੇ ਗੁਰੂ ਗੋਬਿੰਦ ਸਿੰਘ ਨੇ ਆਪ ਦਾ ਰੂਪ ਬਣਾਤਾ ਤੇ ਬਾਕੀ ਅੰਮ੍ਰਿਤ ਛਕਣ ਤੋਂ ਗੁਰੂ ਕੇ ਸਪੁੱਤਰ ਸਪੁੱਤਰੀਆਂ ਬਣ ਗਏ, ਫਿਰ ਅਸੀਂ ਕੌਣ ਅਗਲੇ ਨੂੰ ਬੱਚਾ ਕਹਿਣ ਵਾਲੇ? ਬੱਚੇ ਤਾਂ ਗੁਰੂ ਗੋਬਿੰਦ ਸਿੰਘ ਦੇ ਨੇ, ਆਪਾਂ ਸਾਰੇ ਧੀਆਂ ਪੁੱਤ। ਕੌਰ ਨਾਮ ਹੈ ਕਮਰ ਦਾ, ਇੱਕ ਹੁੰਦਾ ਟਿੱਕਾ, ਇੱਕ ਹੁੰਦਾ ਕਮਰ। ਟਿੱਕਾ ਹੁੰਦਾ ਹੈ ਜਿਹਨੇ ਬਾਦਸ਼ਾਹ ਬਣਨਾ ਹੋਵੇ ਤੇ ਕਮਰ ਹੁੰਦਾ ਉਹਦੇ ਤੋਂ ਛੋਟਾ ਭਰਾ। ਤੋ ਕਲਗੀਧਰ ਨੇ ਸਿੰਘਾਂ ਨੂੰ ਸਿੰਘ ਬਣਾਇਆ, ਸ਼ੇਰਾਂ ਦਾ ਬਾਣਾ ਦਿੱਤਾ ਤੇ ਬੀਬੀਆਂ ਨੂੰ ਕਮਰ ਬਣਾਇਆ ਹੈ। ਸੋ ਇਸ ਲਈ ਮਹਾਰਾਜ ਨੇ ਇੰਨਾ ਸਤਿਕਾਰ ਦਿੱਤਾ। ਬੀਬੀਆਂ ਨੂੰ ਵੀ ਮਹਾਰਾਜ ਨੇ ਆਪਦੇ ਧੀਆਂ ਪੁੱਤਾਂ ਦੀ ਤਰ੍ਹਾਂ ਸਤਿਕਾਰ ਦਿੱਤਾ ਹੈ। ਇੰਜ ਇਹ ਬੇਟੀ ਜਾਂ ਇਸ ਤਰ੍ਹਾਂ ਇਹ ਬੇਟਾ ਜਾਂ ਕਾਕਾ ਜਾਂ ਕਾਕੀ, ਕਈ ਕਹਿਣਗੇ ਮੁੰਡਾ, ਤੇ ਮੁੰਡਾ ਨਾਮ ਹੈ ਮੁੰਨੇ ਹੋਏ ਦਾ। ਜਿਹੜੇ ਸਿੰਘ ਖਾਲਸੇ ਨੇ ਉਹ ਮੁੰਡਾ ਨਹੀਂ ਕਹਿੰਦੇ, ਮੁੰਨਾ ਜਾਂ ਮੁੰਡਾ। ਆਪਾਂ ਤਾਂ ਕੇਸਾਧਾਰੀ ਜੂੜੇ ਵਾਲੇ ਆ, ਤੋ ਗੁਰੂ ਕਾ ਖਾਲਸਾ ਹੈ। ਤੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਜਿਹੜਾ ਵਾਹਿਗੁਰੂ ਹੈ ਜਾਂ ਜਿੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਗੁਰੂ ਸਾਹਿਬ, ਗੁਰੂ ਮਹਾਰਾਜ ਦਾ ਖਾਲਸਾ, ਗੁਰੂ ਕੇ ਸਾਹਿਬਜ਼ਾਦੇ, ਇਹਨਾਂ 'ਚ ਕੋਈ ਉਮਰ ਦਾ ਹਿਸਾਬ ਕਿਤਾਬ ਨਹੀਂ ਹੈ। ਸੋ ਵਾਹਿਗੁਰੂ ਖੁਦ ਆਪ ਨਵਾਂ ਹੈ, ਜਿਹੜਾ ਉਹਦਾ ਨਾਮ ਜਪਦਾ ਉਹਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖਦਾ। ਉਹ ਪਤੀ ਪਰਮੇਸ਼ਰ ਦੇ ਮੈਂ ਕਿਹੜੇ ਕਿਹੜੇ ਗੁਣਾਂ ਨੂੰ ਜ਼ਬਾਨ ਨਾਲ ਉਚਾਰਾਂ, ਉਹ ਬੇਅੰਤ ਗੁਣਾਂ ਵਾਲਾ ਹੈ। ਮੇਰੀ ਸੇਜ ਸੋਹੀ ਦੇਖ ਮੋਹੀ। ਇਹ ਸਖੀ ਮੇਰੀ ਅੰਤਿਕਰਨ ਵੀ ਸੇਜਾ, ਸ਼ਰਧਾ ਦੇ ਸਹਿਤ ਸ਼ੋਭਨੀਕ ਹੋਈ ਹੈ ਤੇ ਪਰਮਾਤਮਾ ਨੂੰ ਹਿਰਦੇ ਵਿੱਚ ਸਾਖਿਆਤਕਾਰ ਹੋਇਆ ਵੇਖ ਕੇ ਮੇਰੀ ਚਿੱਤ ਦੀ ਬਿਰਤੀ ਵੀ ਮੋਹਿਤ ਹੋ ਗਈ ਹੈ। ਸਗਲ ਸਹਸਾ ਦੁਖ ਹਰਾ। ਪਰਮਾਨਗਤ ਪਰਮੇਗਤ ਆਦਿਕ ਸਾਰਾ ਸੰਸਾਰ, ਜੰਮਣ ਮਰਨ ਦਾ ਦੁੱਖ ਵੀ ਸਾਰਾ ਮਿਟ ਗਿਆ, ਹਰਿਆ ਗਿਆ ਹੈ। ਨਾਨਕ ਪਯੰਪੈ ਮੇਰੀ ਆਸ ਪੂਰੀ। ਬੇਨਤੀ ਪੂਰਵਕ ਸਤਿਗੁਰੂ ਮਹਾਰਾਜ ਕਥਨ ਕਰਦੇ, ਇਹ ਸਖੀਏ ਮੇਰੀ ਹਰੇਕ ਆਸ ਉਮੀਦ ਪੂਰੀ ਹੋ ਗਈ ਹੈ। ਮਿਲੇ ਸੁਆਮੀ ਅਪਰੰਪਰਾ। ਕਿਉਂਕਿ ਹੁਣ ਮੈਨੂੰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਪ੍ਰਕਿਰਤੀ ਤੋਂ ਪਰੇ ਮਾਲਕ ਪਰਮੇਸ਼ਰ ਜੀ ਮਿਲ ਗਏ, ਪ੍ਰਾਪਤ ਹੋ ਗਏ ਹਨ। ਇਹ ਪੰਜਾਂ ਪਦਿਆਂ ਵਾਲਾ ਸ਼ਬਦ ਲੰਮੀਰਾ ਹੋਣ ਕਰਕੇ 2-4 ਮਿੰਟ ਘੱਟ ਵੱਧ ਹੋ ਜਾਂਦੇ ਨੇ, ਸੰਗਤ ਮਾਫ ਕਰੇ ਜੀ।
ਅੱਗੇ ਦੋ ਸਮਤ ਬਖਸ਼ਨੇ। ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ। ਨਾਨਕ ਪਇਮ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ।